ਹੈਲੋ, ਸਤਿ ਸਤਿ ਸ਼੍ਰੀ ਅਕਾਲ ਜੀ। ਹੋਰ ਅਮਨ ਸਰ ਕੀ ਬਸ ਹਾਲ ਠੀਕ ਚਾਲ? ਠਾਕ, ਨਾਈਸ ਟੂ ਮੀਟ ਯੂ। ਹੋਰ ਸਰ ਕਿਵੇਂ ਚੱਲ ਰਿਹਾ? ਪਹਿਲਾਂ ਤਾਂ ਬਹੁਤ ਬਹੁਤ ਸਾਰੇ ਕੰਗ੍ਰੈਚੁਲੇਸ਼ਨਸ ਫॉर योर ਨਿਊਬੋਰਨ ਬੇਬੀ। ਥੈਂਕ ਯੂ। ਬਸ ਉਹਦੇ 'ਚ ਬਿਜ਼ੀ ਸਾਰਾ ਕੁਝ। ਇੱਕ ਲੋਕਡਾਊਨ ਪਹਿਲਾਂ ਫਿਨਿਸ਼ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ, ਪਰ ਹੁਣ ਵਿਕਟੋਰੀਆ ਸਟੇਟ ਆ ਇੱਕ ਸਾਡੇ ਮੈਲਬਨ ਜਿੱਥੇ ਆ, ਸ਼ਹਿਰ ਸੁਣਿਆ ਹੋਣਾ, ਉੱਥੇ ਫੇਰ ਸੈਕੰਡ ਵੇਵ ਆ ਰਹੀ ਹੈ, ਸੋ ਥੋੜੇ ਵਰੀਡ ਆ ਸਾਰੇ, ਬਟ ਅਦਰਵਾਈਜ਼ ਗੁੱਡ। ਮੈਨੂੰ ਯਾਦ ਹੈ ਮੈਂ 2016 ਵਿੱਚ ਤੁਸੀਂ ਇੱਕ ਸ਼ੋਅ ਕੀਤਾ ਸੀ ਵਿਸਾਖੀ ਦਾ ਆਸਟ੍ਰੇਲੀਆ ਦੇ ਵਿੱਚ ਨਿੰਜੇ ਹੋਣੀ ਸੀਗੇ। ਐਜ਼ ਅ ਯੈਸ ਹੋਸਟ ਸੀ ਤੁਸੀਂ, ਤੇ ਮੈਂ ਉਦੋਂ ਤੋਂ ਸੀ ਕਿ ਸਰ ਦੀ ਇੰਟਰਵਿਊ ਲੈਣੀ ਹੈ, ਮਤਲਬ ਕਦੇ ਨਾ ਕਦੇ ਇਨ ਲਾਈਫ ਮੈਂ ਜ਼ਰੂਰ ਇੰਟਰਵਿਊ ਲਵਾਂਗੀ, ਤੇ ਹੁਣ ਮੈਨੂੰ ਚਾਂਸ ਮਿਲਿਆ ਸਰ ਦੀ ਇੰਟਰਵਿਊ ਲੈਣ। ਤੇ ਮੈਂ ਉਦੋਂ ਦੇਖਿਆ ਸੀ, ਮੈਂ ਕਿਹਾ ਆਪ ਬਹੁਤ ਅੱਛਾ ਕਰਦੇ ਆ। ਉਹ ਮੈਂ ਹੋਸਟ ਐਜ਼ ਅ ਹੋਸਟ ਵੀ ਤੁਹਾਡੇ ਤੋਂ ਇਨਸਪਾਇਰ ਹੋਈ ਆ ਪੂਰੀ, ਮਤਲਬ ਤੁਸੀਂ ਸਿਡਨੀ ਕਰਾਊਡ 'ਚ ਸੀਗੇ ਕਿ ਲਾਈਵ ਦੇਖਿਆ ਸੀ ਕਿਤੇ? ਨਹੀਂ ਕਰਾਊਡ ਦੇ ਵਿੱਚ। ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ? ਨਹੀਂ ਹੁਣ ਤਾਂ ਮੈਂ ਮੋਹਾਲੀ 'ਚ ਆ, ਬਟ ਮੈਂ ਉਦੋਂ ਉੱਥੇ ਵਿਜ਼ਿਟ ਕੀਤਾ ਸੀ ਫॉर 3-4 ਮੰਥਸ ਆਪਣੇ ਬ੍ਰਦਰ ਕੋਲ, ਤਾਂ ਮੈਂ ਵੇਖਿਆ ਸੀ, ਮੈਂ ਕਿਹਾ ਵਾਓ, ਮਤਲਬ ਬਹੁਤ ਪ੍ਰੋਪਰ ਪੂਰਾ ਅਟੈਂਸ਼ਨ ਸਭ ਬੜਾ ਅੱਛਾ ਸੀ ਉਹ। ਸ਼ੁਕਰੀਆ, ਥੈਂਕ ਯੂ। ਸਰ ਕੀ ਕਹਿੰਦੇ, ਮੈਂ ਦੇਖਦੀ ਰਹਿੰਦੀ, ਤੁਸੀਂ ਇੰਸਟਾਗ੍ਰਾਮ ਤੇ ਬਹੁਤ ਸਾਰੀਆਂ ਵੀਡੀਓਜ਼ ਪਾਉਂਦੇ ਹੋ, ਬਹੁਤ ਸਾਰਾ ਕੁਝ ਫਨੀ ਵੀ, ਮੈਸੇਜ ਵੀ ਦਿੰਦੇ ਹੋ, ਬਹੁਤ ਸਾਰਾ ਕੁਝ ਕਰਦੇ ਹੋ। ਇਹ ਤੁਸੀਂ ਕਿੱਥੋਂ ਇਨਸਪਾਇਰ ਹੋਏ? ਲਾਈਕ ਕਿਵੇਂ ਤੁਹਾਨੂੰ ਇਹ ਆਈਡੀਆ ਆਇਆ ਕਿ ਮੈਨੂੰ ਇਹਦਾ ਤਾਂ ਕੁਝ ਕਰਨਾ ਚਾਹੀਦਾ ਹੈ? ਆਈ ਥਿੰਕ ਪਹਿਲਾਂ ਤਾਂ ਜਦੋਂ ਕਾਲਜ ਦੇ ਵਿੱਚ ਸੀਗੇ, ਫਨ ਵੇਲੇ ਕਰਦੇ ਸੀਗੇ ਭੰਗੜਾ। ਸ਼ੁਰੂ ਤੋਂ ਹੀ ਮੇਰੇ ਡੈਡ ਭੰਗੜੇ ਦੇ ਕੈਪਟਨ ਸੀ। ਸਮਰਾਲੇ ਤੋਂ ਆ ਮੈਂ, ਮਾਲਵੇ ਡਿਸਟ੍ਰਿਕਟ ਦੇ ਵਿੱਚ, ਤੇ ਚੰਡੀਗੜ੍ਹ ਦੇ ਮੋਹਾਲੀ ਦੇ ਲਾਗੇ ਹੀ ਆ। ਤੇ ਉੱਥੇ ਫਿਰ ਜਦ ਇੱਧਰ ਨਿਊਜ਼ੀਲੈਂਡ ਆਏ ਸੀ ਤਾਂ ਡੈਡ ਭੰਗੜਾ ਵਗੈਰਾ ਪਾਉਂਦੇ ਸੀਗੇ, ਮਮ ਗਿੱਧੇ ਦੇ ਕੈਪਟਨ ਸੀ, ਤੇ ਉਹ ਫੈਮਿਲੀ 'ਚ ਮਿਲਿਆ ਭੰਗੜਾ, ਸਟੇਜ ਪ੍ਰੈਜ਼ੈਂਸ। ਤੇ ਮਮ ਮੇਰੇ ਲਿਖਦੇ ਵੀ ਸੀਗੇ, ਤੇ ਧੱਕੇ ਨਾਲ ਮੈਨੂੰ ਗਾਉਣਾ ਨਹੀਂ ਸੀ ਆਉਂਦਾ, ਪਰ ਉਹਨੂੰ ਐ ਸੀ ਵੀ ਮੇਰਾ ਮੁੰਡਾ ਸਟੇਜ ਤੇ, ਜਿਹੜੇ ਛੋਟਾ ਵੀ ਬ੍ਰਦਰ ਵੀ ਸਟੇਜ ਤੇ ਰਹਿਣ, ਸਟੇਜ ਫਰਾਈਟ ਨਾ ਹੋਵੇ ਉਹਨਾਂ ਨੂੰ। ਉਹ ਭੰਗੜਾ ਨਾਲ ਦੀ ਨਾਲ ਫਿਰ ਗਾਉਣ ਦੇ ਵੀ, ਮੈਂ ਬਿੰਦਰਖੀ ਦੇ ਗਾਣੇ ਗਾਉਂਦਾ ਸੀ ਉਦੋਂ, ਬੜੇ ਸਿੱਖਿਆ ਨਹੀਂ ਸੀ, ਬਟ ਮੰਮੀ ਧੱਕੇ ਨਾਲ ਗਵਾਇਆ ਸੀ। ਇੱਥੇ ਮੇਰੀ ਨੱਥ ਡਿੱਗ ਪਈ, ਨਿਉ ਕੇ ਦੇਖੀ ਜਵਾਨਾ। ਆਈ ਥਿੰਕ ਉਹ ਪਤਾ ਨਹੀਂ ਮੈਂ 1000 ਵਾਰੀ ਗਾਇਆ ਹੋਣਾ, ਸਕੂਲ ਦੇ ਵਿੱਚ ਵੀ ਕੋਈ ਫੰਕਸ਼ਨ ਹੋਣਾ, ਕੋਈ ਵੀ, ਹੈ ਨਾ। ਤੇ ਬਸ ਉੱਥੋਂ ਹੀ ਫਿਰ ਉਹ ਸੀਗਾ। ਤੇ ਨਿਊਜ਼ੀਲੈਂਡ ਆਏ, ਗਰੋ ਅਪ ਹੋਏ, ਤੇ ਰੇਡੀਓ ਦੇ ਵਿੱਚ ਪੈ ਗਏ, ਕਿਉਂਕਿ ਪੰਜਾਬੀ ਤੋਂ ਦੂਰ ਜਾ ਰਹੇ ਸੀ ਉੱਥੇ। ਹੁਣ ਤਾਂ ਜਿਵੇਂ ਫੋਰਨ ਦੇ ਵਿੱਚ ਤੁਸੀਂ ਸਿਡਨੀ ਮੇਲਾ ਦੇਖਿਆ 2016 ਦੇ ਵਿੱਚ, ਕਿੰਨੇ ਪੰਜਾਬੀ ਸੀ। ਤੇ ਸਾਡੇ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹੇ ਆ ਤਾਂ ਪੰਜਾਬੀ ਬਹੁਤ ਘੱਟ ਹੁੰਦੇ ਸੀ। ਜਿਹੜਾ ਬੰਦਾ ਮਿਲਦਾ ਸੀ ਉਹਨੂੰ ਐਂ ਹੁੰਦਾ ਸੀ ਵੀ ਇਹਨੂੰ ਫੜ ਲਈਏ, ਬਸ ਤੂੰ ਸਾਡੇ ਨਾਲ ਰਹਿ। ਤੇ ਨਹੀਂ, ਮੈਂ ਭੰਗੜਾ ਸੀ, ਜਿਵੇਂ ਤੁਸੀਂ ਭੰਗੜਾ ਦਾ ਵੀ ਦੱਸ ਰਹੇ ਹੋ, ਮੈਂ ਉਹ ਵੀ ਪੁੱਛਣਾ ਵੀ, ਉਹ ਵੀ ਤੁਸੀਂ ਮਤਲਬ ਸਿੱਖਿਆ ਸੀ ਜਾਂ ਬਸ? ਨਹੀਂ, ਡੈਡ ਨੇ ਸਿਖਾਇਆ ਵੀ ਨਹੀਂ, ਮੇਰਾ ਕੋਈ ਕੋਚ ਨਹੀਂ ਹੈਗਾ ਜਿਵੇਂ ਕਈਆਂ ਦੇ ਗੁਰੂ ਹੁੰਦੇ ਨੇ ਵੀ। ਸੋ ਮੈਂ ਡੈਡ ਨੂੰ ਹੀ ਮੰਨਦਾ, ਮੇਰਾ ਛੋਟਾ ਬ੍ਰਦਰ ਵੀ ਡੈਡ ਨੂੰ ਹੀ ਮੰਨਦਾ। ਉਹਨਾਂ ਨੂੰ ਵਿਆਹਾਂ ਵਿਹੂਆਂ ਦੇ, ਸਾਡੇ ਪਾਰਟੀਆਂ ਦਾ ਸ਼ੁਰੂ ਤੋਂ ਹੀ ਮਾਹੌਲ ਰਿਹਾ ਖੁਸ਼ੀ ਦਾ ਵੀ, ਹਨਾ, ਵੀ ਬਸ ਕਿਸੇ ਦਾ ਵਿਆਹ ਆ ਗਿਆ, ਵੱਡਾ ਟੱਬਰ ਸੀ, ਕਦੇ ਕਿਸੇ ਦਾ ਜਨਮ ਦਿਨ ਆ ਗਿਆ। ਸਾਡੇ ਚਾਚਾ ਜੀ ਮੇਰੇ ਗ੍ਰੀਸ ਸੀਗੇ, ਉਹਨਾਂ ਨੇ ਡੈਕ ਭੇਜਦਾ ਸੀ, ਉਦੋਂ ਡੈਕ ਹੋਣਾ ਵੀ ਬਹੁਤ ਵਧੀਆ ਕਮੋਡਿਟੀ ਹੁੰਦੀ ਸੀਗੀ ਇੰਡੀਆ ਦੇ ਵਿੱਚ, ਤੇ ਉਹੀ ਫਿਰ ਕੈਰੀ ਕੀਤੇ ਬਸ ਡੈਡ ਨੂੰ ਦੇਖ ਕੇ। ਤੇ ਰਿਦਮ ਆਈ ਥਿੰਕ ਸੀਗੀ ਉਹ, ਫਿਰ ਜਿਵੇਂ ਡੈਡ 'ਚ ਸੀਗੀ ਉਹ ਫਿਰ ਟ੍ਰਾਂਸਫਰ ਹੋਣੀ ਸੀਗੀ ਜੀਨਸ ਦੇ ਥਰੂ। ਤੇ ਜਿਹੜਾ ਮੇਰਾ ਭੰਗੜਾ ਸੀ ਉਹ ਵੱਖਰਾ ਸੀ, ਇਨ ਦਾ ਸੈਂਸ ਵੀ ਮੈਂ ਸਿੱਖਿਆ ਨਹੀਂ ਕਿਸੇ ਤੋਂ, ਤੇ ਫਿਰ ਮੈਨੂੰ ਸਟੈਪਸ ਦੇ ਨਾਮ ਨਹੀਂ ਸੀ ਪਤਾ, ਤੇ ਇਸ ਕਰਕੇ ਫਿਰ ਮੈਂ ਆਪਣੇ ਡੈਡ ਨੂੰ ਕਾਪੀ ਕਰਦਾ ਸੀ। ਤੇ ਮੇਰੇ ਡੈਡ ਕਰਦੇ ਸੀ ਲਿਰਿਕਲ ਭੰਗੜਾ। ਹੁਣ ਜਿਹੜਾ ਤੁਸੀਂ ਸਾਰਾ ਦੇਖਦੇ ਨਾ ਵੀ ਭੰਗੜੇ ਦੇ ਵਿੱਚ ਐਕਸ਼ਨ ਇਨਕੋਪਰੇਟ ਕਰਨੇ, ਵੀ ਡਲਦਰ ਵਗੈਰਾ, ਹੁਣ ਤੱਕ ਬਹੁਤ ਕਾਮਨ ਹੋ ਗਿਆ। ਤੇ ਸਭ ਤੋਂ ਪਹਿਲਾਂ ਅਸੀਂ ਆਈ ਥਿੰਕ 2012-13 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ। ਉਹ 3 ਮੁੰਡੇ ਸੀਗੇ ਕਮਰੇ 'ਚ, ਮੈਂ, ਮੇਰਾ ਛੋਟਾ ਬ੍ਰਦਰ ਤੇ ਇੱਕ ਸਾਡਾ ਫਰੈਂਡ ਹੋਰ ਸੀਗਾ। ਤੇ ਉੱਥੋਂ ਫਿਰ ਉਹ ਲਿਰਿਕਲ ਭੰਗੜਾ, ਮੈਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਟਰਮ ਲਿਰਿਕਲ ਹੈ। ਕਿਸੇ ਨੇ ਕਮੈਂਟ ਦੇ ਵਿੱਚ, ਭਾਈ ਤੁਹਾਡਾ ਤੁਸੀਂ ਭੰਗੜਾ ਬੜਾ ਲਿਰਿਕਲ ਕਰਦੇ ਹੋ, ਫਿਰ ਉੱਥੋਂ ਮੈਂ ਟਰਮ ਕੋਇਨ ਕੀਤੀ ਵੀ ਲਿਰਿਕਲ ਭੰਗੜਾ। ਤੇ ਫਿਰ ਉਹ ਚੱਲ ਪਿਆ ਵੀ ਤੁਸੀਂ ਗਾਣੇ ਨੂੰ ਪੇਸ਼ ਕਰੋ ਐਜ਼ ਲਿਟਲ ਬਿਟ ਮੋਰ ਦੈਨ ਭੰਗੜਾ। ਸੋ ਉਹ ਸੀਗਾ। ਤੇ ਸਰ ਜਿਵੇਂ ਕਿ ਹੁਣੇ ਤੁਸੀਂ ਇੱਕ ਰੀਸੈਂਟ ਪੋਸਟ ਪਾਈ ਹੈ, ਰੀਸੈਂਟ ਕਿ ਤੁਸੀਂ ਹਮੇਸ਼ਾ ਮਤਲਬ ਧੀਆਂ ਨੂੰ ਲੈ ਕੇ ਕੁਛ ਨਾ ਕੁਛ ਲਿਖਦੇ ਰਹਿੰਦੇ ਹੋ, ਬਹੁਤ ਹੀ ਸੋਹਣਾ ਲਿਖਦੇ ਰਹਿੰਦੇ ਹੋ, ਤੇ ਆਡੀਅנס ਦੇ ਨਾਲ ਸਪੈਸ਼ਲੀ ਕੁੜੀਆਂ ਨੂੰ ਬੜਾ ਅੱਛਾ ਲੱਗਦਾ ਮੈਨੂੰ। ਮਤਲਬ ਮੈਂ ਰੀਸੈਂਟ ਵਿੱਚ ਵੀ ਹੁਣ ਦੇਖ ਰਹੀ ਸੀ, ਮੇਰੇ ਬਹੁਤ ਸਾਰੇ ਫਰੈਂਡਸ ਨੇ ਸ਼ੇਅਰ ਕੀਤਾ ਹੋਇਆ ਸੀ ਤੁਹਾਡੇ ਧੀ ਵਾਲਾ ਪੋਸਟ ਜਿਹੜਾ ਹੁਣੇ ਤੁਸੀਂ ਪਾਇਆ ਰੀਸੈਂਟ ਵਿੱਚ,
ਮਤਲਬ ਇਹ ਇਦਾਂ ਲਾਈਕ ਕਿਵੇਂ ਤੁਸੀਂ ਸ਼ੁਰੂ ਤੋਂ ਹੀ ਕਨੈਕਟਡ ਹੋ ਗਰਲਸ ਨਾਲ, ਜਾਂ ਜਦ ਤੋਂ ਬੇਬੀਜ਼ ਲਾਈਕ ਤੁਹਾਡੀ ਫਰਸਟ ਗਰਲ ਚਾਈਲਡ ਹੋਈ ਹੈ ਤਦ ਤੋਂ? ਟਿਪੀਕਲ ਪੰਜਾਬੀ ਮੁੰਡਾ, ਲੜਾਈ, ਗੇੜੀਆਂ, ਇੱਕ ਗਰਲ। ਮਾਮਾ ਮੇਰੇ ਸੀਗੇ, ਮਾਮਾ ਦੀ ਇੱਜ਼ਤ, ਬੜੀਆਂ ਲੇਡੀਜ਼ ਦੀ ਇੱਜ਼ਤ, ਬਟ ਸਾਡੇ ਭੈਣ ਹੈ ਨਹੀਂ ਕੋਈ, ਲਾਈਕ ਸਕੀ ਭੈਣ ਹੈ ਨਹੀਂ ਗੀ। ਬਟ ਇਹ ਨਹੀਂ ਮੈਂ ਕਹੂੰਗਾ ਵੀ ਅਸੀਂ ਹਰੇਕ ਨੂੰ ਵੀ ਛੇੜਛਾੜ ਕਰਦੇ ਸੀ, ਨਹੀਂ। ਪਰ ਜਿਵੇਂ ਨੋਰਮਲ ਟਿਪੀਕਲ ਪੰਜਾਬੀ ਮੁੰਡਾ ਹੁੰਦਾ, ਵੀ ਐਸਪੀਰੇਸ਼ਨਸ ਹੁੰਦੀਆਂ, ਥੋੜਾ ਜਿਹਾ ਆਸ਼ਕ ਮਿਜ਼ਾਜ ਜਾਂ ਫਲਰਟੀ ਟਾਈਪ, ਉਦਾਂ not to see girls in any other lights than mum, ਜਾਂ mum ਸੀ ਜਾਂ ਆਂਟੀਆਂ, ਤੇ ਜਾਂ this could be my potential girlfriend, that's ਉਦਾਂ ਦੇ ਸੀਗੇ। ਤੇ ਫਿਰ ਜਦੋਂ ਆਪਣੇ ਘਰੇ ਬੇਟੀ ਆਈ ਤਾਂ ਥੋੜਾ ਜਿਹਾ ਸੋਚ ਇਵੋਲਵ ਹੁੰਦੀ ਆ ਬੰਦੇ ਦੀ ਨਾ। ਹੁਣ ਹਰੇਕ ਦੀ ਹੁੰਦੀ ਆ, ਹਰੇਕ ਕੋਲ ਚਾਂਸ ਹੁੰਦਾ ਵੀ ਉਹਨੂੰ ਇਵੋਲਵ ਕਰ ਲਵੇ, ਜਾਂ ਕਈ ਲੋਕੀ ਇਗਨੋਰ ਕਰ ਦਿੰਦੇ ਨੇ। ਤੇ ਮੈਂ ਸਿੰਘ ਮੈਂ ਲੱਕੀ ਆ ਵੀ ਮੈਂ ਉਹਨੂੰ ਇਵੋਲਵ ਕਰ ਲਿਆ, ਤੇ ਹੁਣ ਪਾਸ ਔਨ ਛੇਤੀ ਕਰੂੰਗਾ। ਆਪਣੇ ਇੱਕ ਹੋਰ ਹੁੰਦਾ ਨਾ ਵੀ ਜਿਵੇਂ ਮੇਰੇ ਫਾਦਰ ਸਾਹਿਬ ਨੇ ਬੜੇ ਪੜ੍ਹੇ ਲਿਖੇ ਨੇ, ਬੈਂਕ ਦੇ ਵਿੱਚ ਜੌਬ ਕਰਦੇ ਸੀ, ਮਮ ਟੀਚਰ ਨੇ। ਕਿਤੇ ਨਾ ਕਿਤੇ ਆਪਣੇ ਜੱਕ ਰਹਿ ਜਾਂਦੀ ਆ, ਉਹ ਸਮਝਾਉਂਦੇ ਨਹੀਂ ਇਹ ਗੱਲਾਂ, ਇਹ ਕਹਿ ਦਿੰਦੇ ਨੇ ਵੀ ਕੁੜੀ ਛੇੜਨੀ ਨਹੀਂ, ਦੈਟਸ ਇਟ। ਉਹ ਸੁਣ ਲਿਆ, ਬਟ that's not giving the worth or the respect to a woman, ਉਹ ਫਿਰ ਮੈਂ ਆਪ ਸਿੱਖੀ ਆ। ਅੱਛਾ, ਵਾਓ। ਤੇ ਸਰ ਕੀ ਕਹਿੰਦੇ, ਜਿਵੇਂ ਤੁਸੀਂ ਸਿੰਗਰਸ ਦੇ ਨਾਲ ਕਾਫੀ ਸ਼ੋਅ ਕਰਦੇ ਰਹਿੰਦੇ ਹੋ, ਤਾਂ ਉਹਨਾਂ ਨੂੰ ਆਰਗੇਨਾਈਜ਼ ਕਰਨਾ ਕਿੰਨਾ ਕੁ ਡਿਫਿਕਲਟ ਹੈ, ਵੱਡੇ ਸਿੰਗਰ ਦਾ ਸ਼ੋਅ ਆਰਗੇਨਾਈਜ਼ ਕਰਨਾ? ਦੇਖੋ, ਮੈਂ ਉਹਦੇ ਵਿੱਚ ਇੱਕ ਭੁਲੇਖਾ ਆ, ਜਿਵੇਂ ਹੁਣ ਥੋੜੀ ਜਿਹੜੀ ਟੀਮ ਹੋਊਗੀ ਪਿੱਛੇ, ਉਹ ਕਾਫੀ ਕੰਮ ਕਰਦੀ ਹੈ, ਤੁਸੀਂ ਫੇਸ ਬਣ ਜਾਂਦੇ ਹੋ। ਮੈਂ ਮੋਸਟਲੀ ਫੇਸ ਹੀ ਹੁੰਨਾ ਕਿਸੇ ਇਵੈਂਟ ਦਾ, ਇਨ ਦਾ ਸੈਂਸ ਵੀ ਮੈਨੂੰ ਪ੍ਰਮੋਸ਼ਨ ਹੋ ਗਿਆ, ਜਾਂ ਮੈਨੂੰ ਕ੍ਰੀਏਟਿਵ ਵੇ ਨਾਲ ਉਹ ਸ਼ੋਅ ਨੂੰ ਪ੍ਰਮੋਟ ਕਰਨਾ, ਵੀ ਜਾਂ ਮੇਰਾ ਹੁੰਦਾ ਵੀ ਹਰੇਕ ਸਿੰਗਰ ਦੇ ਵਿੱਚ ਨਾ ਇੱਕ ਚੀਜ਼ ਹਿੱਟ ਕਰਕੇ ਉਹ ਓਵਰਨਾਈਟ ਸਿੰਗਰ ਬਣ ਜਾਣਾ। ਹੁਣ ਨਿੰਜੇ ਦੀ ਤੁਸੀਂ ਦੇਖੋ, ਉੱਥੇ ਪਹਿਲੀ ਵਾਰ ਹੋਇਆ ਸੀ ਵੀ ਉਹ ਤੋਂ ਅਲਗੋਜ਼ੇ ਵਜਾਏ ਗਏ ਸੀ, ਕਿਉਂਕਿ ਮੈਨੂੰ ਪਤਾ ਸੀ। ਮੈਂ ਉਹਨਾਂ ਇੱਕ ਰਾਤ ਪਹਿਲਾਂ ਬੈਠਿਆ, ਮੈਂ ਕਿਹਾ ਵੀ ਮੈਨੂੰ ਦੱਸ ਵੀ ਤੈਨੂੰ ਹੋਰ ਕੀ ਕੀ ਆਉਂਦਾ। ਕਹਿੰਦਾ ਭਾਜੀ ਵੀ ਤੇਰਾ ਸ਼ੌਂਕ ਕੀ ਆ? ਮੈਂ ਵੀ ਸਿੰਗਿੰਗ ਤੇਰਾ ਸੈਕੰਡ ਪੈਸ਼ਨ ਲੱਗਦਾ। ਤਕਰੀਬਨ ਜਿਹੜੇ ਵੀ ਸਿੰਗਰ ਨੂੰ ਮੈਂ ਮਿਲਿਆ, ਉਹਨਾਂ ਦਾ ਸਿੰਗਿੰਗ ਸੈਕੰਡ ਪੈਸ਼ਨ ਸੀਗਾ। ਕਿਸੇ ਦਾ ਐਕਟਿੰਗ ਹੁੰਦਾ, ਕੋਈ ਮਿਮਿਕਰੀ ਤੋਂ ਸ਼ੁਰੂ ਕਰਦਾ, ਕੋਈ ਕੁਛ, ਪਰ ਉਹ ਚੀਜ਼ ਜਿਹੜੀ ਹੁੰਦੀ ਉਹਦੇ ਵਰਗੀ ਰੀਸ ਨਹੀਂ ਹੁੰਦੀ। ਸੋ ਨਿੰਜਾ ਸੀਗਾ ਉੱਥੇ, ਤੇ ਉਹਨੂੰ ਮੈਂ ਪੁੱਛਿਆ ਵੀ ਅਲਗੋਜ਼ੇ, ਮੈਂ ਕੱਲ ਨੂੰ ਵਜਾਉਣੇ ਆ। ਕਹਿੰਦਾ ਭਾਜੀ ਅਲਗੋਜ਼ੇ ਹੈ ਨਹੀਂ, ਮੈਂ ਅਰੇਂਜ ਕਰੂੰਗਾ। ਸੋ ਆਰਗੇਨਾਈਜੇਸ਼ਨ ਜੇ ਤੁਹਾਨੂੰ ਫਨ ਲੱਗੇ ਨਾ, ਤਾਂ ਉਹ ਇਟਸ ਨਾਟ ਦੈਟ ਹਾਰਡ। ਕੀ ਉਹਦੇ ਵਿੱਚ ਹੁੰਦਾ, ਟੈਂਟ ਵਾਲੇ ਕਰਨੇ ਆ, ਜੇ ਤੁਸੀਂ ਬਾਹਰ ਕਰਨਾ, ਸਟੇਜ ਵਾਲੇ ਹੁੰਦੇ ਨੇ। ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇੱਕ ਵਾਰੀ ਤੁਸੀਂ ਕਿਸੇ ਬੰਦੇ ਨਾਲ ਕੰਮ ਕਰ ਲਿਆ, ਉਹ 5 ਮਿੰਟ ਦਾ ਉਹਨੇ ਪੈਸੇ ਲੈਣੇ। ਇੱਥੇ ਕਿਹੜਾ ਆਇਆ ਵੀ ਹਾਂ ਉਧਾਰ ਦੇ ਦੀ, ਉਹਦਾ ਫਿਕਸ ਰੇਟ ਆ। 5000 ਦੀ ਸਟੇਜ ਆ, 4000 ਦੀ ਲਾਈਟਿੰਗ ਆ, 6000 ਦੀ ਸਿਕਿਉਰਿਟੀ ਆ, 15000 ਦੀ ਸਾਊਂਡ ਆ। ਬਾਕੀ ਜਿਹੜੇ ਟਿਕਟਾਂ ਵਾਲੇ ਆ ਗਏ, ਉਹਨਾਂ ਦਾ ਹੋਟਲ ਦਾ ਖਰਚਾ, ਉੱਥੇ ਪਹੁੰਚ ਜਾਣਾ, ਟਿਕਟਾਂ ਦਾ ਖਰਚਾ। ਉਹ ਤਾਂ ਬੜਾ ਈਜ਼ੀ ਕੰਮ ਹੈ। ਓਕੇ, ਮਤਲਬ ਇੰਡੀਆ ਵਾਂਗ ਨਹੀਂ ਹੈ, ਮਤਲਬ ਹੌਚ ਪੌਚ ਹੋ ਜਾਂਦਾ, ਅੱਧੀ ਚੀਜ਼ਾਂ ਦਾ ਪਤਾ ਹੀ ਨਹੀਂ ਕੀ ਹੋ ਰਹੀ ਹੈ, ਕਿੱਥੋਂ ਆ ਰਹੀ ਹੈ। ਨਹੀਂ, ਆਈ ਥਿੰਕ ਇੱਥੇ ਆਰਗੇਨਾਈਜ਼ ਹੈ ਸਾਰਾ। ਤੁਸੀਂ ਹੁਣ ਰਹਿ ਕੇ ਗਏ ਹੋ ਜਿਵੇਂ 4-5 ਮਹੀਨੇ, ਯੂ ਕੈਨ ਸੀ ਇਟ। ਸੋ ਇੱਥੇ ਉਹ ਤਾਂ ਹੈ ਨਹੀਂ ਵੀ ਜੇ ਆਪਣੇ ਕਿਸੇ ਪੰਜਾਬੀ ਦਾ ਹੋਊਗਾ ਵੀ ਬਿਜ਼ਨਸ, ਤੇ ਆਪਾਂ ਉਹਨੂੰ ਬਿਜ਼ਨਸ ਦੇਵਾਂਗੇ। ਅਗਲੇ ਨੇ ਵੀ ਇਨਵੌਇਸ ਦੇ ਵਿੱਚ ਕੰਮ ਕਰਨਾ, ਉਹਨੇ ਪੈਸੇ ਲੈਣੇ ਆ, ਤਾਂ ਅਗਲੇ ਦਾ ਘਰ ਚੱਲਣਾ, ਤਾਂ ਉਹਨੇ ਚੀਜ਼ ਪ੍ਰੋਵਾਈਡ ਕਰਨੀ ਹੈ। ਸੋ ਸਾਰਾ ਸਿਸਟਮੈਟਿਕ ਚੀਜ਼ਾਂ ਨੇ ਇੱਥੇ। ਸ਼ੋਅ ਆਰਗੇਨਾਈਜ਼ ਕਰਨਾ ਬੜਾ ਈਜ਼ੀ। ਵੀਜ਼ੇ ਦਾ ਔਖਾ ਹੋ ਜਾਂਦਾ ਕਈ ਵਾਰੀ, ਜੇ ਕਿਸੇ ਸਿੰਗਰ ਦਾ ਬਾਹਰ ਹਿਸਟਰੀ ਵਧੀਆ ਨਹੀਂ ਹੈਗੀ ਤੇ ਤੁਸੀਂ ਪਬਲਿਸਾਈਜ਼ ਕਰ ਚੁੱਕੇ ਹੋ। ਉਹਦਾ 1-2 ਵਾਰੀ ਹੋਇਆ ਵੀ ਉਹਨਾਂ ਦਾ ਵੀਜ਼ਾ ਨਹੀਂ ਲੱਗਿਆ, ਫਿਰ ਰਿਪਲੇਸ ਕਰਨੇ ਪਿਆ ਲਾਸਟ ਮਿੰਟ। ਬਟ ਅਦਰ ਦੈਨ ਦੈਟ, ਇਟਸ ਐਕਸਾਈਟਮੈਂਟ ਹੁੰਦੀ ਹੈ ਸਗੋਂ ਫॉर ਦ ਡੇ। ਟਰੂ। ਤੇ ਸਰ ਪੋਇਟਰੀ ਜਿਹੜੀ ਤੁਸੀਂ ਲਿਖਦੇ ਹੋ, ਇਨਸਪੀਰੇਸ਼ਨ ਕਿੱਥੋਂ ਲੈਂਦੇ ਹੋ, ਕਿ ਜਸਟ ਜੋ ਦਿਲ ਚ ਆਉਂਦਾ ਬਸ ਉਹੀ ਮਤਲਬ ਲਿਖ ਦੇਣਾ ਬਸ? ਮੈਨੂੰ ਤੁਸੀਂ ਪੁੱਛ ਲਓਗੇ ਤੁਹਾਡੀ ਫੇਵਰਿਟ ਕਿਤਾਬ ਕਿਹੜੀ ਆ, ਮੈਂ ਕਿਤਾਬਾਂ ਉਦੋਂ ਹੀ ਛੱਡਤੀਆਂ ਸੀ ਜਦੋਂ ਯੂਨੀਵਰਸਿਟੀ ਤੋਂ ਮੇਰੀ ਡਿਗਰੀਜ਼ ਆ ਗਈਆਂ ਸੀ। ਤੇ ਸੀਰੀਅਸਲੀ ਸਰ, ਮੈਨੂੰ ਤੁਸੀਂ ਨਾਂ ਪੁੱਛ ਲਓਗੇ, ਮੇਰੇ ਸੁਣੀ ਗੱਲ ਆ ਵੀ ਕੋਈ ਰਾਣੀ ਤੱਤ ਚੀਜ਼ ਹੈਗੀ ਆ, ਨੈਵਰ ਓਪਨਡ ਇਟ। ਮੇਰੇ ਮੈਨੂੰ ਨਾਂ ਪਤਾ ਵੀ ਚਲੋ ਆਪਣੇ ਉਹ ਨਾਮਵਰ ਸ਼ਾਇਰ ਜਿਹੜੇ ਹੁਣ ਮੇਰੇ ਦਿਮਾਗ 'ਚ ਸਲਿਪ ਕਰ ਗਏ, ਸ਼ਿਵ ਕੁਮਾਰ ਬਟਾਲਵੀ, ਹਨਾ, ਵੀ ਉਹ ਹੈਗੇ ਨੇ ਇਸ ਡੋਮੇਨ ਦੇ ਵਿੱਚ। ਮੰਗਲ ਅਠੂਰ ਨੂੰ ਮੈਂ ਜਾਣਦਾ ਪਰਸਨਲੀ ਵੀ, ਦੇਬੀ ਮਖਸੂਸਪੁਰੀ ਨੂੰ ਮੈਂ ਜਾਣਦਾ। ਪਰ ਜੇ ਮੈਨੂੰ ਕਹੋਗੇ ਕੋਈ ਦੇਬੀ ਦਾ ਸ਼ੇਰ ਸੁਣਾ ਦੇ ਜਾਂ ਮੰਗਲ ਅਠੂਰ ਦਾ ਹੀ ਸ਼ੇਰ ਸੁਣਾ ਦੇ, ਮੈਨੂੰ ਨਹੀਂ ਯਾਦ, ਜਾਂ ਪੋਇਟਰੀ ਜਾਂ ਉਧਰਲੇ ਪਾਸੇ। ਆਈ ਡੋਨਟ ਫੋਲੋ ਦਮ। ਤੇ ਮੈਨੂੰ 2010 ਦੇ ਵਿੱਚ ਮੈਂ ਪਹਿਲਾਂ ਕੁਝ ਲਿਖਿਆ ਸੀਗਾ, ਤੇ ਉਹ ਮਜ਼ਾਕ 'ਚ ਲਿਖਿਆ ਸੀ। ਤੇ ਉਹ ਵੀ ਕਿਉਂ ਲਿਖਣ ਦੀ ਮੈਨੂੰ ਅਰਜ ਹੋਈ ਪਤਾ ਨਹੀਂ।
ਬੋਰ ਸੀਗਾ ਮੈਂ ਉਸ ਟਾਈਮ। ਮੈਂ ਕੈਨੇਡਾ ਦੇ ਵਿੱਚ ਸੀਗਾ, ਅਸੀਂ 2.5 ਸਾਲ ਕੰਮ ਕੀਤਾ, ਮੈਂ ਲਿਵ ਕਰਕੇ ਆਇਆ, ਮੈਂ ਤੇ ਮੇਰੇ ਵਾਈਫ ਤੇ ਸਾਡੀ ਫੈਮਿਲੀ ਸਾਰੇ। ਪਸੰਦ ਨਹੀਂ ਆਇਆ, ਵਾਪਸ ਨਿਊਜ਼ੀਲੈਂਡ ਆ ਗਏ ਸੀ। ਉੱਥੇ ਬੈਠਾ ਕੰਮ ਤੇ ਬੋਰ ਹੋ ਗਿਆ, ਤੇ ਨਾਲ ਮੇਰਾ ਫਰੈਂਡ ਸੀਗਾ ਜਿਹੜਾ ਬਣਿਆ ਸੀ ਉੱਥੇ, ਪੁੱਛਣ ਲੱਗ ਗਿਆ, ਦੱਸਾਂ ਤੁਹਾਨੂੰ ਕਿ ਮੂਵ ਕਰਨਾ? ਹਾਂਜੀ, ਨਹੀਂ ਦੱਸੋ ਪਲੀਜ਼। ਉਹ ਕਹਿੰਦਾ ਵੀ ਤੂੰ ਕਿੱਦਾਂ ਆਇਆ ਇੱਥੇ ਕੈਨੇਡਾ, ਕਿਉਂਕਿ ਸਾਰਿਆਂ ਨੂੰ ਹੁਣ ਕਿਉਰਿਓਸਿਟੀ ਹੁੰਦੀ ਹੈ ਵੀ ਤੁਸੀਂ ਕਿਹੜੇ ਬੇਸਿਸ ਤੇ ਆਏ ਹੋ। ਕਹਿੰਦਾ ਵੀ ਤੂੰ ਤਾਂ ਨਿਊਜ਼ੀਲੈਂਡ ਤੋਂ ਆਇਆ, ਕਿਵੇਂ ਆਇਆ ਤੂੰ, ਨਿਊਜ਼ੀਲੈਂਡ ਤੋਂ ਕਿੱਦਾਂ ਵੀਜ਼ਾ ਮਿਲ ਗਿਆ? ਤੇ ਮੈਂ ਕਿਹਾ ਵੀ ਮੈਂ ਤਾਂ ਮਮ ਦਾ ਵੀਜ਼ਾ ਲੱਗਿਆ ਸੀਗਾ, ਮਦਰ ਦਾ, ਉਹਨਾਂ ਨੇ 11 ਸਾਲ ਪਹਿਲਾਂ ਜਿਹੜਾ ਫੈਮਿਲੀ ਬੇਸਿਸ ਤੇ ਪਾਇਆ ਸੀ, ਉਹਦੇ ਬੇਸਿਸ ਤੇ ਸਾਰੇ ਆ ਗਏ। ਮੈਂ ਤੂੰ ਕਿੱਦਾਂ ਆਇਆ? ਕਹਿੰਦਾ ਗੈਸ ਕਰ। ਮੈਂ ਕਿਹਾ ਸਟੂਡੈਂਟ ਵੀਜ਼ੇ ਤੇ? ਕਹਿੰਦਾ ਨਾ। ਮੈਂ ਕਿਹਾ ਵਰਕ ਵੀਜ਼ੇ ਤੇ? ਕਹਿੰਦਾ ਨਾ। ਮੈਂ ਕਿਹਾ ਫੈਮਿਲੀ ਬੇਸਿਸ ਤੇ? ਕਹਿੰਦਾ ਨਾ। ਮੈਂ ਕਿਹਾ ਵੀ ਹੋਰ ਕਿਹੜਾ ਵੀਜ਼ਾ ਹੋ ਗਿਆ? ਕਹਿੰਦਾ ਗੁੱਤ ਫੜ ਕੇ ਆਇਆ ਮੈਂ ਜੀ, ਯਾਨੀ ਕਿ ਸਪਾਊਸ ਵੀਜ਼ੇ ਤੇ ਆਇਆ ਸੀ ਉਹ। ਤੇ ਉਹ ਟਰਮ ਸੀਗੀ, ਉਹਨੇ ਗੁੱਤ ਫੜ ਕੇ ਕਿਹਾ। ਤੇ ਮੈਨੂੰ ਉਦੋਂ ਭੰਗੜਾ ਵੀ ਚੱਲ ਰਿਹਾ ਸੀ ਸਾਈਡ ਤੇ ਮੈਂ ਉੱਥੇ ਲਿਖਿਆ ਸੀਗਾ, ਮੈਂ ਪੂਰਾ ਨਹੀਂ ਸੁਣਾਉਣਾ। ਮੈਂ ਕਹਿੰਦਾ ਕੀਤੀ ਰੱਜ ਕੇ ਪੜ੍ਹਾਈ ਨਾ ਹੀ ਕਿਸੇ ਕੰਮ ਆਈ, ਪੂਰੀ ਕਰ MBA ਬੜੀ ਨੌਕਰੀ ਤੇ ਆਈ, ਅਸੀਂ ਬੇਰੁਜ਼ਗਾਰ ਗਏ ਥੱਕ ਤੇ ਹਾਰ ਦਰ ਦਰ ਭਟਕੇ। ਉਹ ਬੈਨੀਪਾਲਾ ਫੇਰ ਕੀ ਹੋਇਆ, ਫਿਰ ਆ ਗਿਆ ਕੈਨੇਡਾ ਮੈਂ ਵੀ ਗੁੱਤ ਫੜ ਕੇ, ਆ ਗਿਆ ਕੈਨੇਡਾ ਮੈਂ ਵੀ ਗੁੱਤ ਫੜ ਕੇ। ਓ ਵਾਹ, ਵੈਰੀ ਨਾਈਸ। ਇਹ ਲਿਖਿਆ ਸੀ, ਇਹ ਅੱਛਾ ਸੀ, ਗੁੱਡ। ਸੋ ਐਂਡ ਜਦੋਂ ਮੈਂ ਲਿਖਿਆ ਤਾਂ ਮੈਂ ਘਰਦਿਆਂ ਨੂੰ ਸੁਣਾਇਆ, ਉਹ ਹੱਸ ਪਏ ਸਾਰੇ, ਕਹਿੰਦੇ ਵੀ ਵਧੀਆ ਆ। ਤੇ ਉਸ ਤੋਂ ਬਾਅਦ ਆਈ ਡੋਂਟ ਨੋ ਵੀ ਕੀ ਹੋਇਆ ਮੈਨੂੰ, ਤੇ ਫਿਰ ਇੱਕ ਲੱਟ ਦੀ ਲੱਗ ਗਈ ਵੀ ਮੈਂ ਅਬਜ਼ਰਵ ਕਰਨ ਲੱਗ ਗਿਆ ਚੀਜ਼ਾਂ ਨੂੰ। ਐਂਡ ਦਿਸ ਵਾਸ ਨਥਿੰਗ ਟੂ ਡੂ ਵਿਦ ਜਿਹੜੀ ਹੁਣ ਮੇਰੀ ਪੋਇਟਰੀ ਆ। ਪਹਿਲਾਂ ਤਾਂ ਹੁਣ ਉਹ ਵੀ ਸੀਗਾ, ਬੜੇ ਖੂੰਖਾਰ ਜਿਹੇ ਗਾਣੇ ਲਿਖੇ ਜਿਹੜੇ ਉਦੋਂ ਜਵਾਨੀ ਦਾ ਜੋਸ਼ ਸੀਗਾ, ਵੀ ਨਾਲ ਰੱਖੀ AK-47 ਨਾ ਹੀ ਰੱਖੀ ਐਦ ਨਾਲੀ, ਨਾ ਮੋਢੇ ਟੰਗ ਕੇ ਬੰਦੂਕ ਕੀਤੀ ਫੋਕੀ ਸਰਦਾਰੀ, ਕਦੇ ਪਿੱਠੇ ਉੱਤੇ ਕਰਦੇ ਨੀ ਵਾਰ, ਅਸਲੇ ਦੀ ਲੋੜ ਕੋਈ ਨਾ, ਸ਼ੇਰ ਪੰਜੇ ਨਾਲ ਮਾਰਦੇ ਸ਼ਿਕਾਰ। ਸੋ ਮੂਸੇ ਵਾਲੇ ਟਾਈਪ ਦੇ ਮੇਰੇ ਵੀ ਲਿਖੇ ਪਏ ਨੇ। ਸਰ ਗਾਣੇ ਤਾਂ ਅੱਜ ਕੱਲ ਇਹੀ ਚੱਲ ਰਹੇ ਆ, ਔਰ ਤੁਸੀਂ ਬੋਲ ਰਹੇ ਹੋ ਮੈਂ ਉਸ ਟਾਈਮ ਲਿਖਦਾ। ਤੇ ਉਹ ਫਿਰ ਮੈਨੂੰ ਮੈਂ ਲਿਖ ਕੇ ਆਪਣਾ ਰੱਖੀ ਗਿਆ। ਤੇ ਫਿਰ ਕਿਉਂਕਿ ਕੈਨੇਡਾ ਦੇ ਵਿੱਚ ਘੁੰਮਣ ਦਾ ਸ਼ੌਕ ਸੀਗਾ ਜ਼ਿਆਦਾ, ਪ੍ਰਾਇਰਟੀਜ਼ ਲਾਈਫ ਦੇ ਵਿੱਚ ਚੇਂਜ ਹੁੰਦੀਆਂ। ਉਦੋਂ ਹਲੇ ਆਈ ਥਿੰਕ ਵਿਆਹ ਹੋਇਆ ਹੀ ਸੀਗਾ ਤੇ ਕੈਨੇਡਾ ਬੜਾ ਨਵਾਂ ਲੱਗ ਰਿਹਾ ਸੀ। ਸੋ ਮੈਂ ਸਾਰਾ ਕੈਨੇਡਾ ਗਾਇਆ, ਸਾਡੇ ਟੱਬਰ ਨੇ ਗਾਇਆ ਸਾਰੇ ਨੇ, ਜਿੰਨੇ ਕਿਲੋਮੀਟਰ ਅਸੀਂ ਕੀਤੇ ਹੋਣੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੀਤੇ ਈਸਟ ਤੋਂ ਵੈਸਟ। USA ਵੀ ਗਾਇਆ, ਘੁੰਮਣ ਦੀ ਪ੍ਰਾਇਰਟੀ ਸੀ, ਲਿਖੀ ਜਾਂਦਾ ਸੀ। ਮੈਂ ਲਿਖੀ ਬਹੁਤ ਸਮਾਨ ਲਿਖਿਆ ਪਿਆ ਮੇਰਾ ਹਲੇ। ਫਿਰ ਉੱਥੇ ਮੈਂ ਇੱਕ ਚੀਜ਼ ਹੋਰ ਲਿਖੀ ਸੀ, ਫਿਰ ਮੇਰੇ ਦਿਲ ਦੇ ਕਰੀਬ ਆ, ਉਹ ਸੀਗੀ, ਕਦੇ ਪਾਉਂਗਾ ਐਕਚੁਅਲੀ, ਤੁਸੀਂ ਮੈਨੂੰ ਯਾਦ ਕਰਾਤਾ, ਜਿਹੜੇ ਉੱਥੇ ਬਜ਼ੁਰਗ ਰਹਿੰਦੇ ਨੇ ਨਾ ਜਾਂ ਜਨਰੇਸ਼ਨਸ ਆਈਆਂ ਨੇ, ਉਹ ਮੈਂ ਅਬਜ਼ਰਵ ਕੀਤੀ ਕਿੱਦਾਂ ਵੀ ਇੱਕ ਬੰਦਾ ਆਉਂਦਾ ਆ ਉੱਥੇ ਠੰਡ 'ਚ ਕੰਮ ਕਰਦਾ ਆ, ਗਰਮ ਘਰ ਬਣਾਉਂਦਾ ਆ ਆਪਣੇ ਬੱਚਿਆਂ ਲਈ, ਤੇ ਪਰ ਬੱਚਿਆਂ ਨਾਲ ਟਾਈਮ ਨਹੀਂ ਬਿਤਾਉਂਦਾ। ਫਿਰ ਜਦ ਬੱਚੇ ਵੱਡੇ ਹੁੰਦੇ ਨੇ, ਉਹਨਾਂ ਦਾ ਕੋਈ ਮੋਹ ਨਹੀਂ ਬਣਦਾ, ਫਿਰ ਉਹ ਜਿੱਥੋਂ ਸਟਾਰਟ ਕੀਤਾ ਹੁੰਦਾ ਉਹਨੇ ਠੰਡੇ ਖੇਤਾਂ ਦੇ ਵਿੱਚੋਂ, ਫਿਰ ਉਹ ਠੰਡੇ ਖੇਤ ਤੋਂ ਟੁਵਰਡਸ ਦੀ ਐਂਡ ਉਹ ਠੰਡੀ ਬੇਸਮੈਂਟ ਦੇ ਵਿੱਚ ਆ ਜਾਂਦਾ, ਆਪਣੇ ਹੀ ਘਰ ਦੀ, ਜਿੱਥੇ ਉਹਦੇ ਬੱਚੇ ਕਹਿੰਦੇ ਮੰਮੀ ਪਾਪਾ ਹੁਣ ਤੁਸੀਂ ਉੱਥੇ ਰਹੋ, ਕਾਈਂਡ ਆਫ ਥਿੰਗ। ਸੋ ਕਾਫੀ ਚੀਜ਼ਾਂ ਲਿਖੀਆਂ ਹੋਈਆਂ। ਇਹ ਤਾਂ ਫਿਰ ਤੁਸੀਂ ਜਲਦੀ ਪੋਸਟ ਕਰਨਾ, ਅਸੀਂ ਡੈਫੀਨਿਟਲੀ ਦੇਖਣਾ ਚਾਹੁੰਦੇ ਆ। ਉਸ ਤੋਂ ਬਾਅਦ ਤਾਂ 5 ਸਾਲਾਂ ਦੇ ਵਿੱਚ ਪਹਿਲਾਂ ਮੈਂ ਪਾ ਦੇਣਾ ਸੀ ਇਹ, ਬਟ ਉਸ ਤੋਂ ਬਾਅਦ ਮੈਂ ਡਿਸੀਜਨ ਲਿਆ ਫੈਮਿਲੀ ਨਾਲ ਵੀ ਮੈਂ ਕੋਈ ਨੈਗੇਟਿਵ ਚੀਜ਼ ਨਹੀਂ ਪਾਉਂਗਾ ਕਦੇ, ਚਾਹੇ ਉਹ ਥਾਟ ਪ੍ਰੋਵੋਕਿੰਗ ਹੋ ਸਕਦੀ ਹੈ, ਔਨ ਦ ਵਰਜ ਆਫ ਹੋ ਸਕਦੀ ਹੈ, ਪਰ ਮੈਂ ਕਿਸੇ ਚੀਜ਼ ਨੂੰ ਨਿੰਦੂਗਾ ਨਹੀਂ। ਪਹਿਲਾਂ ਮੈਂ ਪਾ ਦਿੰਦਾ ਸ਼ਾਇਦ, ਬਿਕੋਜ਼ ਪਹਿਲਾਂ ਘੱਟ ਹੁੰਦੀ ਸੀ ਪੋਸਟਾਂ, ਹੁਣ ਨੈਗੇਟਿਵਿਟੀ ਬਹੁਤ ਜ਼ਿਆਦਾ ਆ। ਹਾਂ ਐਕਚੁਅਲੀ ਕਿਉਂਕਿ ਸਰ ਵੈਸੇ ਵੀ ਜਨਰੇਸ਼ਨ 'ਚ ਨਾ ਬਹੁਤ ਜ਼ਿਆਦਾ ਚੇਂਜ ਆਇਆ। ਮਤਲਬ ਮੈਨੂੰ ਨਹੀਂ ਲੱਗਦਾ, ਜਿਵੇਂ ਲੋਕ ਕਹਿੰਦੇ ਨਾ ਆਪਣੇ ਪੇਰੈਂਟਸ ਨਾਲ ਨਹੀਂ ਕਰਦੇ ਜਾਂ ਕੁਝ, ਪਰ ਮੈਂ ਜਿੰਨੀ ਵੀ ਜਨਰੇਸ਼ਨ ਦੇਖੀ ਹੈ, ਮੈਂ ਦੇਖਿਆ ਕਿ ਦੇ ਆਰ ਵੈਰੀ ਕਨੈਕਟਡ ਟੂ देयर ਪੈਰੈਂਟਸ। ਬੱਚੇ ਵੀ ਇਵਨ ਆਪਣੇ ਦਾਦਾ ਦਾਦੀ ਨਾਲ ਜਾਂ ਪੈਰੈਂਟਸ ਨਾਲ ਬਹੁਤ ਜ਼ਿਆਦਾ ਕਨੈਕਟਡ ਹੈ। ਪਤਾ ਨਹੀਂ ਕਿਉਂ ਏਦਾਂ ਦੀਆਂ ਨੈਗੇਟਿਵ ਪੋਸਟ ਨੂੰ ਫੈਲਾਇਆ ਜਾਂਦਾ ਹੈ, ਜਦ ਕਿ ਤੁਸੀਂ ਅਗਰ ਪੋਜ਼ਿਟਿਵ ਸ਼ੋ ਕਰੋਗੇ ਤਾਂ ਪੋਜ਼ਿਟਿਵ ਹੀ ਹੋਏਗਾ। ਐਗਜ਼ੈਕਟਲੀ, ਪੋਜ਼ਿਟਿਵਿਟੀ ਕੈਨ ਚੇਂਜ ਵਰਲਡ। ਯੂ ਆਰ ਟਰੂ ਔਨ ਦਿਸ ਬੇਸਿਸ। ਮੈਮ ਦੀ ਗੱਲ ਕਰੀਏ, ਜੈਸਮੀਨ ਮੈਮ ਦੀ, ਉਹ ਵੀ ਸਰ ਬੜੇ ਵੀਡੀਓਜ਼, ਅੱਜ ਕੱਲ੍ਹ ਤਾਂ ਉਹਨਾਂ ਨੇ ਨਵੇਂ ਹੀ ਆਪਣਾ ਸ਼ੋਅ ਸ਼ੁਰੂ ਕੀਤਾ ਕੁਕਿੰਗ ਦਾ, ਉਹਨਾਂ ਨੂੰ ਵੀ ਸ਼ੁਰੂ ਤੋਂ ਇੰਟਰਸਟ ਸੀ? ਨਹੀਂ, ਉਹਨੂੰ ਖਿੱਚਣਾ ਪਿਆ ਮੈਨੂੰ ਥੋੜਾ ਜਿਹਾ, ਇੰਟਰਸਟ ਇਨ ਦਾ ਸੈਂਸ ਵੀ ਕਹ ਲਓ ਵੀ ਉਹ ਇੰਡਿਫਰੈਂਟ ਹੈ। ਇੰਡਿਫਰੈਂਟ ਦਾ ਹੀ ਹੁਣ ਪੰਜਾਬੀ ਕਰੀਏ ਤਾਂ ਮਤਲਬ ਵੀ ਕੋਈ ਫਰਕ ਨਹੀਂ ਪੈਂਦਾ ਉਹਨੂੰ ਵੀ ਕੈਮਰਾ ਹੈ ਜਾਂ ਨਹੀਂ ਹੈ। ਉਹਦੀ ਆਈਡੀ ਵੀ ਹੈ ਫੇਸਬੁੱਕ ਤੇ, ਹਾਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ, ਕਦੇ ਉਹਨੇ ਆਈਡੀ ਨਹੀਂ ਚਲਾਈ ਵੀ
ਹੁਣ ਵੀ ਜਿਹੜਾ ਕੁਕਿੰਗ ਵਾਲਾ ਸੀਗਾ, ਕੁਆਰੰਟਾਈਨ 'ਚ ਬੋਰ ਹੋ ਰਹੇ ਸੀਗੇ ਸਾਰੇ, ਦਿਲਜੀਤ ਦੋਸਾਂਝ ਜੀ ਉਹਨੇ ਕਦੇ ਦੇਖ ਲਈ, ਤੇ ਮੈਂ ਕਿਹਾ ਵੀ ਕੋਈ ਵੀਡੀਓ ਬਣਾਉਣੀ ਹੈ ਵੀ ਕੋਈ ਨਵੀਂ ਚੀਜ਼ ਕਰ। ਮੈਂ ਅੱਕ ਗਿਆ ਵੀ ਜਿਹੜਾ ਹਨਾ ਕਨਸੈਪਟ ਤੋਂ ਵੀ ਕਨਸੈਪਟ ਸ਼ੂਟ ਕਰਨਾ ਬਹੁਤ ਹਾਰਡ ਆ, ਕਿਉਂਕਿ ਐਕਟਰ ਲਿਮਿਟਡ ਹੋ ਜਾਂਦੇ, ਫਿਰ ਕੈਮਰਾ ਫੜਨ ਵਾਲਾ ਕੋਈ ਨਹੀਂ ਹੁੰਦਾ, ਜਵਾਕ ਛੋਟੇ ਨੇ ਹਲੇ, ਫਿਰ ਕਿਹਨੂੰ ਫੜਾਈਏ, ਕਿੱਥੇ ਰੱਖੀਏ ਕੈਮਰਾ। ਤੇ ਉਹਦੇ ਨਾਲੋਂ ਆਂਦਾ ਵੀ ਕਨਸੈਪਟ ਵਿੱਚ ਤੁਹਾਨੂੰ ਕੈਮਰਾ ਫੜਨਾ, ਜੇ ਤੁਸੀਂ ਫ੍ਰੀ ਫਲੋ ਕਰ ਰਹੇ ਹੋ ਜਿਵੇਂ ਹੁਣ ਆਪਾਂ ਕਰ ਰਹੇ ਹਾਂ, ਤਾਂ ਪ੍ਰਵਾਹ ਨਹੀਂ ਕੈਮਰਾ ਕਿੱਥੇ ਪਿਆ, ਤੁਸੀਂ ਗੱਲਾਂ ਹੀ ਕਰਨੀਆਂ। ਫਿਰ ਉਹਦੇ ਵਿੱਚੋਂ ਨਿਕਲ ਆਇਆ ਵੀ ਚੱਲ ਕੁਕਿੰਗ ਵਾਲੀ ਬਣਾਉਂਦੇ ਆ, ਇੱਕ ਕੁਕਿੰਗ ਵਾਲੀ ਬਣਾ ਕੇ ਦੇਖਦੇ ਆ, ਗੱਲਾਂ ਬਾਤਾਂ ਕਰਦੇ ਆ। ਅਸੀਂ ਪਹਿਲਾਂ ਰੇਡੀਓ ਸ਼ੋਅ ਕਰਦੇ ਜਿਵੇਂ ਮੈਂ ਦੱਸਿਆ ਪਹਿਲਾਂ, ਤੇ ਉਹਦੇ ਬੇਸਿਸ ਤੇ ਫਿਰ ਮੈਂ ਰੇਡੀਓ ਸ਼ੋਅ ਵਾਂਗੂ ਕਮੈਂਟਰੀ ਕਰ ਦੂੰਗਾ। ਤੇ ਦਿਲਜੀਤ ਦੋਸਾਂਝ ਨੇ ਆਲਰੇਡੀ ਟ੍ਰੈਂਡ ਚਲਾਤਾ ਸੀਗਾ, ਤੇ ਪਰ ਉਹ ਇਕੱਲਾ ਸੀ, ਉਹ ਕੈਮਰੇ ਤੇ ਫੂਡ ਨਾਲ ਗੱਲਾਂ ਕਰ ਦਿੰਦਾ ਸੀ, ਆਪਸ ਵਿੱਚ ਕਰ ਲੈਂਦੇ ਆ, ਬਸ ਆਹੀ ਫਰਕ। ਐਂਟਰਟੇਨਮੈਂਟ ਦੇ ਨਾਲ ਹੁਣ ਤੁਸੀਂ ਕੀ ਕਰ ਰਹੇ ਹੋ? ਲਾਈਕ ਜਿੱਦਾਂ ਤੁਸੀਂ ਪਹਿਲਾਂ ਰੇਡੀਓ ਜੌਕੀ 'ਚ ਸੀ, ਹੁਣ ਰੇਡੀਓ ਜੌਕੀ ਵੀ ਮੈਂ ਆਫਟਰ ਵਰਕ ਸੀਗਾ। ਕੰਮ ਮੇਰੀ ਲਾਈਨ ਥੋੜੀ ਜਿਹੀ ਹੋਰ ਆ, ਲਾਈਨ ਮੇਰੀ IT ਦੀ ਆ, ਮੈਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਆ। ਤੇ ਤੁਸੀਂ ਕਹਿ ਲਓ ਵੀ ਹੁਣ ਜਿਵੇਂ ਲੀਡਰਸ਼ਿਪ ਕੋਚਿੰਗ ਹੋ ਗਈ, ਲਾਈਫ ਕੋਚਿੰਗ ਹੋ ਗਈ। ਲਾਈਫ ਕੋਚਿੰਗ ਥੋੜੀ ਜਿਹੀ ਘੱਟ, ਲੀਡਰਸ਼ਿਪ ਤੇ ਕਾਰਪੋਰੇਟ ਕੋਚਿੰਗ ਜ਼ਿਆਦਾ, ਤੇ ਟਰਾਂਸਫਰਮੇਸ਼ਨ ਕੋਚਿੰਗ। ਸੋ ਬਿਜ਼ਨੈਸਿਸ ਜਿਹੜੇ ਅੱਜ ਕੱਲ ਪਹਿਲਾਂ ਸ਼ੌਪਸ ਹੁੰਦੀਆਂ ਸੀ ਤੇ ਹੁਣ ਡਿਜੀਟਲ ਹੋ ਰਹੇ ਨੇ, ਉਹ ਜਿਹੜੀ ਜਰਨੀ ਆ ਬਿਜ਼ਨਸ ਦੀ, ਵੀ ਫੇਸਬੁੱਕ ਹੁਣ ਕਿੱਦਾਂ ਫੈਲਿਆ ਹਨਾ, ਤੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਹੁੰਦੇ ਨੇ ਜਾਂ ਕੋਚ ਹੁੰਦੇ ਨੇ, ਮੇਰੀ ਉਹ ਰੋਲ ਆ ਫਿਰ। ਗ੍ਰੇਟ ਸਰ। ਸ਼ਾਰਟ ਫਿਲਮ ਦੀ ਗੱਲ ਕਰੀਏ, ਤੁਹਾਡੀ ਸ਼ਾਰਟ ਫਿਲਮ ਆਈ ਸੀ ਆਈਡੈਂਟਿਟੀ, ਉਹ ਸਰ ਪਹਿਚਾਨ ਹੈ ਨਾ, ਕੀ ਪਹਿਚਾਨ ਸਰ, ਉਹਦਾ ਮਤਲਬ ਜਿੱਦਾਂ ਤਾਂ ਹੁਣ ਤੁਸੀਂ ਲਾਈਵ ਹੋ ਕੇ ਆਪਣੀ ਸਾਰਾ ਦੱਸ ਦਿੰਦੇ ਹੋ ਸਭ ਕੁਝ, ਇਹ ਸ਼ਾਰਟ ਫਿਲਮ ਦਾ ਆਈਡੀਆ ਕਿੱਦਾਂ ਆਇਆ ਕਿ ਮੈਂ ਸ਼ਾਰਟ ਫਿਲਮ 'ਚ ਆਪਣੀ ਲਾਈਫ ਬਾਰੇ ਦੱਸਣਾ ਚਾਹੁੰਦਾ ਜਾਂ ਏਦਾਂ ਕਨਸੈਪਟ? ਹਾਂ, ਉਹ ਵੀ ਫੇਜ਼ ਸੀਗਾ ਇੱਕ, ਉਦੋਂ ਫੇਜ਼ ਜਿਹੜਾ ਮੇਰੀ ਕੈਰੀਅਰ ਦੇ ਵਿੱਚ ਚੱਲਦਾ ਸੀ। ਮੇਰੇ ਕੈਰੀਅਰ ਦੇ ਵਿੱਚ ਫੇਜ਼ ਇਹ ਚੱਲਦਾ ਸੀ ਵੀ ਤੁਸੀਂ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ 90 ਸੈਕਿੰਡ ਦੇ ਵਿੱਚ ਕਿੱਦਾਂ ਸਮਝਾ ਸਕਦੇ ਹੋ, ਤਾਂ ਕਿ ਕੋਈ ਵੀ ਬੰਦਾ ਸੜਕ ਤੇ ਜਾਂਦਾ ਜਿਹਨੂੰ ਤੁਹਾਡੀ ਪ੍ਰੋਬਲਮ ਨਾਲ ਕੋਈ ਮਤਲਬ ਨਹੀਂ, ਉਹ ਵੀ ਸਮਝ ਕੇ ਤੁਹਾਨੂੰ ਸੋਲੂਸ਼ਨ ਦੇਣ ਜੋਗਾ ਹੋ ਜਾਵੇ। ਇਹਨੂੰ ਕਹਿੰਦੇ ਨੇ ਐਲੀਵੇਟਰ ਸਪੀਚ। ਸੋ ਐਂਟਰਪ੍ਰੀਨਿਓਰਸ਼ਿਪ ਬਾਰੇ ਤੁਸੀਂ ਇੰਡੀਆ ਦੇ ਵਿੱਚ ਬਹੁਤ ਸੁਣ ਰਹੇ ਹੋ ਅੱਜ ਇਹ ਵਰਡ ਵੀ, ਐਂਟਰਪ੍ਰੀਨਿਓਰ ਆ। ਇਹ ਜਦੋਂ ਇਹਦੇ ਰੂਟਸ ਆਈਆਂ ਸੀਗੀਆਂ ਨਿਊਜ਼ੀਲੈਂਡ ਦੇ ਵਿੱਚ, ਤਾਂ ਮੈਂ ਕਾਫੀ ਇਨਵੋਲਵ ਸੀਗਾ, US ਤੇ ਨਿਊਜ਼ੀਲੈਂਡ ਦੀ ਪਾਰਟਨਰਸ਼ਿਪ। ਤੇ ਉੱਥੋਂ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ ਕਿਹਾ ਵੀ ਇਹ ਗੋਰੇ ਵੀ ਕਰਦੇ ਨੇ ਵੀ ਇਹ ਗੱਲ ਨੂੰ, ਕੋਟਸ ਹੁੰਦੇ ਨੇ ਜਿਹੜੇ ਆਪਣੇ ਕੋਟਸ, ਤੁਸੀਂ ਮੁਹਾਵਰੇ ਲੈ ਲਓ, ਕਹਾਵਤਾਂ ਲੈ ਲਓ, ਇੱਕ ਇੱਕ ਲਾਈਨ ਦੀਆਂ ਹੁੰਦੀਆਂ। ਹੁਣ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਗੱਲ ਛੋਟੀ ਜਿਹੀ ਆ, ਪਰ ਮੈਸੇਜ ਕੀ ਆ, ਉਹ ਕਿਸੇ ਦੇ ਬੰਦੇ, ਤੁਸੀਂ ਕਿਸੇ ਨੂੰ ਕਹਿ ਦਿਓ ਨਾ, ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਵੀ ਇਹ ਬੰਦਾ ਝੂਠਾ ਆ, ਫਰੇਬੀ ਆ ਜਾਂ ਹਿਪੋਕ੍ਰਿਟ ਆ। ਹਾਂਜੀ ਹਾਂਜੀ, ਤਾਂ ਉਹ ਚੀਜ਼ ਬੜੀ ਇੰਟਰੀਗ ਕੀਤੀ ਸੀ। ਸੋ ਸ਼ਾਰਟ ਫਿਲਮ ਦਾ ਸੀਗਾ ਵੀ ਮੇਰੇ ਕੋਲ ਨਾ ਤਾਂ ਇੱਕ ਮੀਨਸ ਸੀਗੇ ਵੱਡੀ ਫਿਲਮ ਬਣਾਉਣ ਦੇ, ਨਾ ਐਕਟਰ ਸੀ, ਨਾ ਡਾਇਰੈਕਟਰ ਸੀ, ਉਹੀ ਕੈਮਰਾ, ਦੋਸਤ ਮਿੱਤਰ ਸੀਗੇ ਅਸੀਂ ਸ਼ੌਕੀਆ ਤੌਰ ਤੇ। ਤੇ ਮੇਰੇ ਉਦੋਂ ਮੈਂ ਵਾਪਸ ਪੱਗ ਬੰਨਣ ਲੱਗਿਆ ਸੀ। ਮੈਂ ਪਹਿਲਾਂ ਪੱਗ ਬੰਨਦਾ ਸੀ, ਫਿਰ ਬਾਲ ਕਟਾਤੇ, ਬਿਜ਼ੀ ਹੋ ਗਏ ਲਾਈਫ 'ਚ। ਫਿਰ ਇੱਧਰ ਜਦ ਜੌਬ ਮਿਲ ਗਈ, ਫਿਰ ਵੀਕਐਂਡ ਤੇ ਪੱਗ ਭੰਗੜਾ ਦੁਬਾਰਾ 'ਚ ਸ਼ੁਰੂ ਕੀਤਾ, ਤੇ ਫੀਲਿੰਗ ਆਉਂਦੀ ਸੀ ਵਧੀਆ। ਤੇ ਮੈਨੂੰ ਕਾਫੀ ਲੋਕ ਪੁੱਛਦੇ ਸੀ ਵੀ ਤੂੰ ਕਮੈਂਟਸ ਵਿੱਚ ਤੂੰ ਫੇਕ ਸਰਦਾਰ ਆ। ਹੁਣ ਵੀ ਮੈਂ ਚਲੋ ਹੁਣ ਪਰਨਾ ਬੰਨਿਆ, ਕਈ ਵਾਰੀ ਮੈਂ ਏਦਾਂ ਹੀ ਬਗੈਰ ਪਰਨੇ ਤੋਂ ਜਾਂ ਪੱਗ ਤੋਂ ਲਾਈਵ ਹੋ ਜਾਂਦਾ, ਮੇਰੇ ਬਾਲ ਤੇ ਉਹ ਪੁੱਛਦੇ ਸੀ ਵੀ ਕੀ ਆ। ਫਿਰ ਮੇਰੇ ਕੋਲ ਐਕਚੁਅਲੀ ਜਵਾਬ ਹੈ ਨਹੀਂ ਸੀ। ਮੈਂ ਕਿਹਾ ਮੇਰੇ ਕੋਲ ਜਵਾਬ ਹੈ ਨਹੀਂਗਾ, ਆਈ ਵੰਡਰ ਵੀ ਹੋਰ ਕਿੰਨੇ ਕੋਲ ਹੈ ਨਹੀਂਗਾ। ਸੋ ਜਿਹੜੀ ਵੀਡੀਓ ਆ ਉਹ ਇਸੇ ਤੇ ਆ ਵੀ ਮੇਰੇ ਕੋਲ ਜਵਾਬ ਹੈ ਨਹੀਂ, ਉਹ ਜਵਾਬ ਨਹੀਂਗਾ ਉਹ ਵੀਡੀਓ ਵਿੱਚ। ਉਹਦੇ ਵਿੱਚ ਇੱਕ ਫੀਲਿੰਗ ਐਕਸਪ੍ਰੈਸ ਕੀਤੀ ਆ ਵੀ ਸਭ ਕੁਝ ਜਾਣਦੇ ਅਗਰ ਹਾਂ ਤੁਸੀਂ ਬੋਲਿਆ ਵੀ ਹੈ ਕਿ ਅਗਰ ਮੈਨੂੰ ਮਿਲ ਕੇ ਵੀ ਪੁੱਛੋਗੇ ਤਾਂ ਵੀ ਮੈਂ ਐਕਸਪ੍ਰੈਸ ਨਹੀਂ ਕਰ ਸਕਦਾ, ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਪਰ ਉਸ ਵੀਡੀਓ ਦੇ ਐਂਡ ਵਿੱਚ ਸੀ ਸਰ ਟੂ ਬੀ ਕੰਟੀਨਿਊਡ। ਹਾਂ, ਉਸ ਦਾ ਅਸਰ ਫੋਕਸ ਹੋ ਗਿਆ ਉਸ ਵੀਡੀਓ ਨੂੰ ਬਣੇ ਨੂੰ, ਟੂ ਬੀ ਕੰਟੀਨਿਊਡ ਹੁਣ ਕੰਪਲੀਟ ਕਦੋਂ ਹੋਣਾ? ਸੈਕੰਡ ਪਾਰਟ ਉਦੋਂ ਜਦੋਂ ਕੀ ਹੈ ਕਿ ਉਹ ਵੀ ਇਨ ਟਾਈਮ ਬਣੂਗਾ। ਜਿਵੇਂ ਉਦੋਂ ਮੈਂ ਸੋਚਿਆ ਸੀਗਾ ਵੀ ਸ਼ਾਇਦ ਮੈਂ ਬਾਲ ਰੱਖ ਲਾਂ, ਦਾੜੀ ਰੱਖ ਲਾਂ, ਤੇ ਫਿਰ ਮੈਂ ਕਹੂੰਗਾ ਵੀ ਹੁਣ ਮੈਂ ਹੋ ਗਿਆ। ਉਹ ਜਿਹੜੀ ਜਰਨੀ ਆ ਸੈਲਫ ਡਿਸਕਵਰੀ ਵਾਲੀ, ਉਹ ਜਿਉਂ-ਜਿਉਂ ਮੈਂ ਹੁਣ ਲੱਭਦਾ ਜਾ ਰਿਹਾ, ਮੈਂ ਉਹੀ ਕਹਿ ਰਿਹਾ ਸੀ ਵੀ ਮੈਨੂੰ ਇਹ ਲੱਗ ਰਿਹਾ ਵੀ ਸ਼ਾਇਦ ਮੈਨੂੰ ਜਿੱਦਾਂ ਦਾ ਵੀ ਹਾਂ, ਏਦਾਂ ਵੀ, ਇਹ ਤੋਂ ਬਗੈਰ ਵੀ ਆਪਣੇ ਆਪ ਨਾਲ ਸੈਲਫ ਲਵ ਜਿਹੜਾ ਹੋਇਆ ਉਹ ਮੈਂ ਹੋ ਗਿਆ ਹੁਣ ਥੋੜਾ ਜਿਹਾ ਹੋਰ। ਤੇ ਸ਼ਾਇਦ ਜਿਹੜਾ ਨੇੜੇ ਹੀ ਆ ਉਹਦਾ ਸੈਕੰਡ ਪਾਰਟ, ਪਰ ਉਹਦਾ ਸ਼ਾਇਦ ਸੈਕੰਡ ਪਾਰਟ ਵੀ ਜਿਹੜਾ ਹੈਗਾ ਟੂ ਬੀ ਕੰਟੀਨਿਊਡ, ਉਹ ਫਾਈਨਲ ਨਾ ਹੋਵੇ। ਇਹ ਜਿੰਨਾ ਚਿਰ ਤੱਕ ਜ਼ਿੰਦਗੀ ਚੱਲੂਗੀ ਆਈ ਥਿੰਕ ਉਹ ਚੱਲੀ ਜਾਊਗਾ ਜਿਹੜੀ ਆਇਡੈਂਟੀਟੀ ਆ। ਬਟ ਹਲੇ ਕੋਈ ਉਹਦੇ ਵਿੱਚ ਇੰਨੀ ਅਪਡੇਟ ਆਈ ਨਹੀਂ ਜਿਹੜੀ ਮੈਂ ਕਰ ਸਕਾਂ। ਓਕੇ। ਤੇ ਸਰ ਫਿਲਮ ਸ਼ਾਰਟ ਫਿਲਮਸ ਤਾਂ ਤੁਸੀਂ ਕੀਤੀ ਹੈ, ਹੁਣ ਫਿਲਮਸ ਦੇ ਬਾਰੇ ਕੋਈ ਵਿਚਾਰ ਹੈ, ਲਾਈਕ ਫਿਲਮਸ ਦੇ ਵਿੱਚ ਜਾਣਾ ਚਾਹੁੰਦੇ ਹੋ? ਨਹੀਂ, ਉਹ ਦੈਟਸ ਇੱਕ ਤਾਂ
ਮੈਂ ਚੂਜ਼ ਇਹ ਤਾਂ ਕੀਤਾ, ਹੁਣ ਹਰੇਕ ਦੇ ਹੱਥ 'ਚ ਮੋਬਾਈਲ ਆ ਗਿਆ। ਮੈਨੂੰ ਲੱਕੀ ਕਹਿ ਲਓ ਤੁਸੀਂ ਵੀ, ਮੈਨੂੰ 2-4 ਲੋਕੀ ਸੁਣ ਲੈਂਦੇ ਨੇ ਜਾਂ ਤੁਸੀਂ ਉੱਥੇ ਅਪਰੀਸ਼ੀਏਟ ਕੀਤਾ ਵੀ ਜਿਹੜਾ ਐਂਕਰਿੰਗ ਸੀਗਾ। ਰੰਗ ਬਹੁਤ ਨੇ ਮੇਰੇ ਵਿੱਚ, ਪਰ ਮੇਰੇ 'ਚ ਕੋਈ ਡੂੰਘਾ ਰੰਗ ਹੈ ਨੀਗਾ। ਸੋ ਆਮ ਨਾਟ ਵਨ ਕਲਰਡ, ਜਿਵੇਂ ਜੈਕ ਆਫ ਆਲ ਟ੍ਰੇਡਸ ਕਹਿ ਸਕਦੇ ਹੋ। ਲਿਖਣਾ, ਮਹਿਫਲਾਂ ਦੇ ਵਿੱਚ ਗਾਉਣਾ, ਭੰਗੜਾ, ਮੈਂ ਇੱਕ ਠੋਕ ਕੇ ਕਹਿਣਾ ਵੀ ਮੈਨੂੰ ਜਿਹਦੇ ਨਾਲ ਮਰਜ਼ੀ ਖੜਾ ਕਰ ਲਓ। ਆਈ ਵੁੱਡ ਕੰਪੀਟ ਟੂ ਦ ਬੈਸਟ ਆਫ ਲੈਵਲ, ਕਿਉਂਕਿ ਭੰਗੜਾ ਮੇਰੀ ਜਿੰਦ ਜਾਨ ਆ, ਮੇਰਾ ਪੈਸ਼ਨ ਹੈ। ਲਿਖਣ ਦੇ ਵਿੱਚ ਆਈ ਵੁੱਡ ਸੇ ਕਿ ਜੇ ਮੈਂ ਲਿਖਣ ਤੇ ਆਵਾਂ ਜਾਂ ਆਮਦ ਆਉਂਦੀ ਹੈ ਕੋਈ ਤਾਂ ਬਹੁਤ ਵਧੀਆ ਆਉਂਦੀ ਹੈ। ਬੁਲਟ ਵਰਗੀਆਂ ਚੀਜ਼ਾਂ ਲਿਖੀਆਂ ਗਈਆਂ ਮੇਰੇ ਤੋਂ, ਮੈਂ ਪ੍ਰਾਊਡ ਹਾਂ। ਧੀ ਵਰਗੀ ਲਿਖੀ ਗਈ, ਤੇ ਹੋਰ ਬਹੁਤ ਕੁਝ ਪਿਆ ਜਿਹੜਾ ਮੈਂ ਸ਼ੇਅਰ ਨਹੀਂ ਕੀਤਾ। ਸੋ ਇਹਨਾਂ ਦੇ ਵਿੱਚ ਮੈਂ ਸ਼ਾਇਦ ਡੀਪ ਜਾ ਸਕਦਾ। ਐਕਟਿੰਗ ਇਜ਼ ਨੋਟ ਵਨ ਆਫ them, ਬਟ ਆਈ ਕੈਨ ਐਕਟ ਥੋੜਾ ਜਿਹਾ ਬਟ I come from a place ਜਿਹੜੇ ਵੀ ਇੱਕ ਤਰ੍ਹਾਂ ਨਾਲ ਮੈਂ ਥੋੜਾ ਜਿਹਾ ਜ਼ਿੱਦੀ ਹਾਂ, ਸੌਫਟ ਵੀ ਹਾਂ ਪਰ ਜ਼ਿੱਦੀ ਹਾਂ। ਜ਼ਿੱਦੀ ਏਦਾਂ ਵੀ ਮੈਨੂੰ ਕੋਈ ਡਾਇਰੈਕਟਰ ਆ ਕੇ ਕਹਿ ਦੂਗਾ ਨਾ ਵੀ ਆਹ ਕਰੈਕਟਰ ਆ ਤੇ ਉਹਦੀ ਵਿਜ਼ਨ ਹੋਊਗੀ, ਤੇ ਜੇ ਉਹ ਮੈਨੂੰ ਐ ਵੀ ਜੇ ਉਹਦੀ ਮੇਰੇ ਨਾਲ ਨਾ ਮੈਚ ਕੀਤੀ ਨਾ ਤਾਂ ਮੈਂ ਕਹਣਾ ਵੀ ਚੰਗਾ ਸਤਿ ਸ਼੍ਰੀ ਅਕਾਲ ਆ। ਕਿਉਂਕਿ ਮੇਰੇ ਕੋਲ ਉਹ ਡਿਜ਼ਾਇਰ ਨੀਗਾ ਵੀ, ਇੱਕ ਤਾਂ ਹੁੰਦਾ ਵੀ ਐਕਟਰ ਬੰਦਾ ਤਾਂ ਬਣਦਾ ਵੀ ਮੈਨੂੰ ਸਾਰੇ ਜਾਣਨ, ਤੇ ਮੈਂ ਨਹੀਂ ਕਹਿੰਦਾ ਵੀ ਮੈਂ ਉਹ ਮੁਕਾਮ ਪਹੁੰਚ ਲਿਆ ਵੀ ਮੈਨੂੰ ਸਾਰੇ ਜਾਣਦੇ ਨੇ, ਪਰ ਜਿੰਨੇ ਕੁ ਜਾਣਦੇ ਨੇ ਉਨੇ ਕੁ ਨਫਾ ਆਪਣੇ ਲਈ। ਉਹ ਡਿਜ਼ਾਇਰ ਹੈ ਨੀਗਾ। ਤੇ ਸਰ ਅਗਰ ਅਸੀਂ ਤੁਹਾਡੇ ਲੁੱਕਸ ਦੀ ਗੱਲ ਕਰੀਏ ਤਾਂ ਯੂਥ ਤੁਹਾਡੇ ਤੋਂ ਬਹੁਤ ਇਨਸਪਾਇਰਡ ਹੈ ਨਾ। ਗ੍ਰੇ ਬੀਅਰਡ ਲੁੱਕ ਹੈ ਤੁਹਾਡੀ। ਤਾਂ ਯੂਜੂਅਲੀ ਕੀ ਹੁੰਦਾ ਕਿ ਸਰ ਸਾਰਿਆਂ ਨੂੰ ਐਵੇਂ ਹੁੰਦਾ ਕਿ ਅਸੀਂ ਨਾ ਬਲੈਕ ਰੱਖੀਏ, ਕਲਰ ਕਰੀਏ, ਦਾੜੀ, ਇਹ ਉਹ ਐਵਰੀਥਿੰਗ। ਬਟ ਅਗਰ ਅਸੀਂ ਤੁਹਾਡੀ ਲੁੱਕ ਦੀ ਗੱਲ ਕਰੀਏ ਤਾਂ ਯੂਥ ਤੁਹਾਡੀ ਲੁੱਕ ਤੋਂ ਬਹੁਤ ਇਨਸਪਾਇਰਡ ਹੈ। ਇੱਕ ਤਾਂ ਯੂਥ ਲਈ ਮੈਂ ਕਹਿਣਾ ਚਾਹਾਂਗੀ ਤੁਸੀਂ ਟਿਪ ਦਿਓ ਬੀਅਰਡ ਤੇ ਮੁਸਟੈਚਿਸ ਦੀ, ਠੀਕ ਹੈ। ਤੇ ਦੂਜਾ ਇਸ ਨੂੰ ਮੇਨਟੇਨ ਕਰਨ ਲਈ, ਆਪਣੇ ਆਪ ਨੂੰ ਮੇਨਟੇਨ ਕਰਨ ਲਈ ਕੀ ਕਰਦੇ ਹੋ? ਵੈਲ ਹੁਣ ਤਾਂ ਮੈਂ ਅਨਮੇਨਟੇਨ ਹੋਇਆ। ਹੁਣ ਮੇਰਾ ਪਹਿਲਾਂ ਭਾਰ ਦੀ ਗੱਲ ਕਰੀਏ, ਮੈਂ ਪਿਛਲੇ 7 ਸਾਲਾਂ ਤੋਂ ਫਿਜ਼ੀਕਲ ਟ੍ਰੇਨਿੰਗ ਦੇ ਵਿੱਚ ਪ੍ਰੋਪਰ ਸੀਗਾ ਵੀ ਕ੍ਰੋਸਫਿਟ ਸਾਰਾ ਟਰਾਈ ਕਰਦਾ। ਭੰਗੜਾ ਵੀ ਇੱਕ ਬਹੁਤ ਵਧੀਆ ਫਿਟਨੈਸ ਆ। ਤੇ ਹੁਣ ਪਿੱਛੇ ਉਹੀ 6 ਮਹੀਨੇ ਤੋਂ ਡਿਲੀਬਰੇਟਲੀ ਸਭ ਕੁਝ ਖਾ ਪੀ ਰਹੇ ਆ ਤੇ ਐਕਸਰਸਾਈਜ਼ ਕਰ ਰਹੇ ਆ, ਬਟ ਡਾਈਟ ਤੇ ਧਿਆਨ ਨਹੀਂਗਾ। ਸੋ ਸਟਰੈਂਥ ਹੋਣੀ ਆ, ਸੋ ਭਾਰ ਵਧਿਆ ਹੋਇਆ। ਹੁਣ 104 ਕਿਲੋ ਹੋਇਆ ਫਰੋਮ 89। ਸੋ ਹੁਣ ਵਾਪਸ ਜਾਣਾ ਆ ਜਦੋਂ ਜੀ ਕੀਤਾ। ਸੋ ਪਹਿਲਾਂ ਤਾਂ ਯੂ ਗੋਟ ਟੂ ਬੀ ਓਕੇ ਵਿਦ ਯੋਰਸੈਲਫ। ਸੋ ਮੈਸੇਜ ਇਹ ਆ। ਦੂਜਾ, ਐਕਸਰਸਾਈਜ਼ ਜ਼ਰੂਰੀ ਆ, ਖਾਓ ਜੋ ਮਰਜ਼ੀ, ਪਰ ਜੇ ਤੁਸੀਂ ਐਸਥੈਟਿਕਸ ਲੈ ਕੇ ਆਉਣੇ, ਜਿਵੇਂ ਹੁੰਦਾ ਨਾ ਵੀ ਉਹ ਕੱਟ ਪਾਉਣੇ ਆ, ਫਿਰ ਤੁਹਾਨੂੰ ਡਾਈਟ ਤੇ ਜ਼ਿਆਦਾ ਧਿਆਨ ਦੇਣਾ ਪੈਣਾ। ਸਮ ਪੀਪਲ ਵਰਕ ਆਊਟ ਟੂ ਲੁੱਕ ਗੁੱਡ, ਸਮ ਪੀਪਲ ਵਰਕ ਆਊਟ ਤਾਂ ਕਿ ਉਹ ਆਪਣਾ ਖਾ ਸਕਣ। ਸੋ ਫੇਜ਼ ਆਉਂਦੇ ਨੇ। ਸੋ ਪਹਿਲਾਂ ਸੀਗਾ ਫੇਜ਼ ਵੀ ਵਰਕਆਊਟ ਕਰਦੇ ਸੀ ਵੀ ਲੁੱਕ ਗੁੱਡ ਲਈ, ਉਹਦੇ ਨਾਲ ਡਾਈਟ। ਹੁਣ ਹੈਗਾ ਵਰਕਆਊਟ ਕਰਦੇ ਆ ਵੀ ਹਾਰਟ ਦੀ ਹੈਲਥ ਵਧੀਆ ਰਹੇ, ਸਟਰੈਂਥ ਰਹੇ, ਜ਼ੋਰ ਰਹੇ, ਭੰਗੜਾ ਪਾ ਸਕੇ, ਸਟੈਮਿਨਾ ਬਣਿਆ ਰਹੇ, ਪਰ ਖਾਣਾ ਸਭ ਕੁਛ ਹੈ। ਹੁਣ ਜੈਸਮੀਨ ਰਸੋਈ ਵੀ ਚੱਲ ਰਹੀ ਹੈ ਨਾ, ਤੇ ਹਾਂ ਯੈਸ, ਪਰ ਉਹਦੇ ਵੀ ਵਲੌਗਸ ਆਉਣ ਲੱਗੇ ਨੇ। ਐਕਚੁਅਲੀ ਤੁਹਾਡੇ ਚੈਨਲ ਤੇ ਦੱਸਦਾ ਮੈਂ, ਫਿਟਨੈਸ ਵਾਲੇ ਵਲੌਗ ਆਉਣ ਲੱਗੇ ਨੇ ਤੁਹਾਡੇ ਨਾਲ ਹੈਗੇ, ਤੇ ਮੈਂ ਚਾਹੁੰਦੀ ਹਾਂ ਕਿ ਉਹ ਪਲੀਜ਼ ਆਣ ਤੇ ਆਪਣੇ ਉਹ ਖੁਦ ਸ਼ੇਅਰ ਕਰਨ ਕਿ ਮੈਂ ਵਲੌਗ ਸਟਾਰਟ ਕਰ ਰਹੀ ਹਾਂ। I wish ਕਿ ਅਗਰ ਆ ਸਕਦੇ ਤਾਂ ਪਲੀਜ਼। ਉਹ ਥੋੜੇ ਜਿਹੇ ਇੱਕ ਅੱਜ 2-3 ਦਿਨ ਉਹਨੇ ਰੈਸਟ ਕਰਨੀ ਪੈਣੀ ਹੈ ਮੈਡਮ ਨੂੰ, ਥੋੜੇ ਜਿਹੇ ਕੋਈ ਗੱਲ ਹੈਲਥ ਕਰਕੇ ਥੋੜਾ ਜਿਹਾ ਉਹ ਆਪਣਾ ਜ਼ੁਕਾਮ ਜਿਹੜਾ ਨਾਰਮਲ ਜਿਹਾ ਚੱਲ ਰਿਹਾ, ਸੋ ਇਸ ਕਰਕੇ ਅਨਵੈਲ ਆ ਥੋੜੀ ਜਿਹੀ, ਅਦਰਵਾਈਜ਼ ਉਹਨੇ ਨਾਲੇ ਬੈਠੇ ਹੋਣਾ ਸੀ। ਬਟ ਜਿਹੜਾ ਨਹੀਂ ਤੁਸੀਂ ਦੱਸੋ ਕਿ ਮੁਸਟੈਚਿਸ ਦਾ ਤੇ ਬੀਅਰਡ ਵਾਲਾ ਉਹ ਬੜਾ ਈਜ਼ੀ ਹੈ ਵੀ ਜੇ ਤੁਸੀਂ ਫਿਰ ਉਹੀ ਗੱਲ ਘੁੰਮ ਕੇ ਆ ਜਾਂਦੀ ਆ ਜਿਹੜੀ ਮੈਂ ਪਿਛਲੇ ਲਾਈਵ 'ਚ ਵੀ ਕੀਤੀ ਸੀ, ਜਿਸ ਤੋਂ ਬਾਅਦ ਆਈ ਥਿੰਕ ਤੁਹਾਡੇ ਚੈਨਲ ਦਾ ਮੈਸੇਜ ਆਇਆ ਵੀ ਸਭ ਤੋਂ ਪਹਿਲਾਂ ਐਂਡ ਰਿਜ਼ਲਟ ਚੜ੍ਹਦੀ ਕਲਾ ਤੋਂ ਪਹਿਲਾਂ ਰਿਜ਼ਲਟ ਜਿਹੜਾ ਹੈਗਾ ਵੀ ਤੁਸੀਂ ਰੈਜ਼ਿਲੀਅੰਸ ਵੀ, ਮੋਟੀ ਚਮੜੀ, ਥਿਕ ਚਮੜੀ ਵਾਲੇ ਬਣੋ। ਉਸ ਤੋਂ ਪਹਿਲਾਂ ਤੁਹਾਨੂੰ ਰਿਮਾਈਂਡਰ ਲਾਉਣੇ ਪੈਣੇ ਆ ਵੀ ਹਾਂ ਮੈਂ ਏਦਾਂ ਕਰਨਾ ਆ। ਸੋ ਆਈ ਐਕਸੈਪਟਡ ਜਿੱਦਣ ਡਿਸਾਈਡ ਕੀਤਾ ਵੀ ਦਾੜੀ ਰੱਖਣੀ ਆ ਜਾਂ ਹੁਣ ਨਹੀਂ ਸ਼ੇਵ ਕਰਨੀ ਦਾੜੀ, ਜਾਂ ਪੱਗ ਬੰਨਿਆ ਕਰਨੀ ਆ। ਬੇਸਿਕਲੀ ਪੱਗ ਬੰਨਣ ਕਰਕੇ ਹੀ ਮੈਂ ਦਾੜੀ ਰੱਖੀ ਸੀ, ਕਿਉਂਕਿ ਸ਼ੇਵ ਮੂੰਹ ਤੇ ਪੱਗ ਨਹੀਂ ਵਧੀਆ ਲੱਗਦੀ, ਜਿੰਨੀ ਕੁ ਸਮਝ ਸੀਗੀ ਉਦੋਂ, ਤੇ ਤਾਂ ਕਰਕੇ ਰੱਖੀ। ਤੇ ਮੈਨੂੰ ਜਦ ਆਈ ਤਾਂ ਮੈਂ ਕਿਹਾ ਵੀ ਮੈਂ ਨਹੀਂ ਕਾਲੀ ਕਰਨੀ, ਬਿਕੋਜ਼ ਇਟਸ ਕੀ ਉਹਦੇ ਨਾਲ ਹੋ ਜਾਊਗਾ ਹਨਾ। ਵਿਆਹ ਹੋਇਆ ਸੀ, ਜਵਾਕ ਸੀਗੇ, ਸੋ ਕਿਹਨੂੰ ਇੰਪ੍ਰੈਸ ਕਰਨਾ ਆ, ਜਿਹਨੂੰ ਇੰਪ੍ਰੈਸ ਕਰਨਾ ਉਹ ਤਾਂ ਹੋਏ ਨੇ। ਨੈਚੁਰਲੀ ਹੈ ਜੋ ਹੈ, ਮਤਲਬ ਨੋ ਕੋਈ ਪ੍ਰੋਡਕਟਸ ਜਾਂ ਕੁਝ ਏਦਾਂ ਦਾ ਕੋਈ ਉਹ ਨਹੀਂ ਹੈ ਸਪੈਸੀਫਿਕ? ਨਹੀਂ, ਆਈ ਮੀਨ ਕਾਫੀ ਲੋਕੀ ਐਡਵਾਈਸ ਕਰਦੇ ਨੇ ਵੀ ਬੀਅਰਡ ਆਇਲ ਲਾਓ ਜਾਂ ਤੇਲ ਲਾਓ ਜਾਂ ਐਨੀਥਿੰਗ। ਆਈ ਥਿੰਕ ਜੇ ਤੁਸੀਂ ਖਾਓਗੇ ਹੈਲਦੀ,
ਸੋ ਮੈਂ ਨਹੀਂ ਕਹਿ ਰਿਹਾ ਵੀ 버ਗਰ ਖਾਓ, ਫਾਸਟ ਫੂਡ ਖਾਓ। ਮੇਰੇ ਜਦ ਮੈਂ ਕਿਹਾ ਵੀ ਆ, ਮੈਂ ਕਲੈਰੀਫਾਈ ਕਰਦਾ ਵੀ ਖਾਣਾ ਜੋ ਮਰਜ਼ੀ ਚੀਜ਼ ਖਾਣਾ, ਵੀ ਆਪਣੇ ਪੰਜਾਬੀ ਖਾਣਾ ਜਿਹੜਾ ਹੁਣ ਸਾਗ ਖਾਓਗੇ ਉਹ 'ਚ ਪ੍ਰੋਟੀਨ ਹੈ, ਘਿਓ ਖਾਓਗੇ ਰਾਈਟ ਅਮਾਉਂਟ ਦੇ ਵਿੱਚ। ਘਿਓ ਤਾਂ ਹੁਣ ਗੋਰੇ ਵੀ ਮੁੜ ਕੇ ਘਿਓ ਤੇ ਆ ਗਏ ਵੀ ਫੈਟ ਚਾਹੀਦੀ ਹੈ ਤੁਹਾਨੂੰ। ਅੱਛਾ ਹਾਂ ਵੀ ਫੈਟ ਚਾਹੀਦੀ, ਗੁੱਡ ਫੈਟ ਚਾਹੀਦੀ। ਹਾਂ ਫੈਟ ਚਾਹੀਦੀ ਹੈ। ਆਪਾਂ ਘਿਓ ਨੂੰ ਕੌਲੀ ਭਰ ਕੇ ਨਹੀਂ ਖਾਵਾਂਗੇ, 2 ਚਮਚੇ ਖਾਵਾਂਗੇ, ਉਹ ਵਧੀਆ ਸਿਹਤ ਲਈ, ਹਾਰਟ ਦੀ ਹੈਲਥ ਲਈ ਵੀ ਵਧੀਆ ਨਾ। ਸੋ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਪਤਾ ਸੀਗੀਆਂ ਹੁਣ ਉਹਨਾਂ ਤੇ, ਸੋ ਉਹ ਮੈਂ ਕਹਿ ਰਿਹਾ ਵੀ ਉਦਾਂ ਖਾਓ। ਤੇ ਜੇ ਉਹ ਚੀਜ਼ਾਂ ਤੁਸੀਂ ਖਾਓਗੇ, ਬਦਾਮ ਹੋ ਗਏ ਤੁਹਾਡੇ, ਆਪਣੇ ਨਟਸ ਹੋ ਗਏ, ਫਰੂਟ ਹੋ ਗਏ, ਤੁਹਾਡੀ ਡਾਈਟ ਦੇ ਵਿੱਚ ਪਾਣੀ ਆ, ਆਈ ਡੋਂਟ ਥਿੰਕ ਕਿ ਕੋਈ ਪ੍ਰੋਡਕਟ ਲਾਉਣ ਦੀ ਲੋੜ ਆ। ਮੈਂ ਤਾਂ ਕਦੇ ਸਿਰਫ ਤੇ ਸਿਰਫ ਇੱਕ ਕੋਲਡ ਕਰੀਮ ਲਾਉਂਦੇ ਆ ਵੀ ਠੰਡ ਦੇ ਵਿੱਚ ਕੋਈ ਜਾਂ ਸਕਿਨ ਤੇ ਫਲੇਕ ਜੇ ਬਣ ਜਾਂਦੇ ਨੇ, ਅਦਰਵਾਈਜ਼ ਮੈਨੂੰ ਕਰੀਮਾਂ ਕਰੂਮਾਂ ਦਾ ਪਤਾ ਹੈ, ਮੈਂ ਹੱਥ ਤੇ ਨਹੀਂ ਲਾਇਆ ਕਦੇ, ਆਪੇ ਆਇਲੀ। ਤੇ ਸਰ ਤੁਸੀਂ ਦੱਸ ਰਹੇ ਸੀ ਮੈਮ ਦਾ ਵਲੌਗ ਆ ਰਿਹਾ। ਮੈਮ ਦਾ ਨਹੀਂ, ਮੇਰਾ ਆ ਰਿਹਾ ਫਿਟਨੈਸ ਵਾਲਾ। ਸਟਾਰਟ ਤਾਂ 4 ਹਫ਼ਤੇ ਪਹਿਲਾਂ ਹੋਣਾ ਸੀ, ਫਿਰ ਅਸੀਂ ਕਾਲ ਕਰ ਗਏ, ਲੇਜ਼ੀ ਜਿਹੇ ਹੋ ਗਏ। ਅਸੀਂ ਕਿਹਾ ਥੋੜਾ ਚਿਰ ਹੋਰ ਲਾਈਫ ਇੰਜੋਏ ਕਰ ਲਈਏ, ਤੇ ਜੇ ਹੁਣ ਲੋਕਡਾਊਨ ਫੇਰ ਆ ਗਿਆ ਤਾਂ ਫਿਰ ਅਸੀਂ ਇੰਜੋਏ ਕਰਾਂਗੇ। ਜਦੋਂ ਖੁੱਲੂਗਾ ਲੋਕਡਾਊਨ, ਉਹ ਬਾਹਰ ਆਊਟਡੋਰਸ ਹੀ ਆ ਨਾ ਵਲੌਗ ਮੇਰਾ। ਮੇਰੀ ਜਿਹੜੀ ਟ੍ਰੇਨਿੰਗ ਆ ਉਹਦੇ ਵਿੱਚ ਰੋਪਸ ਵਗੈਰਾ ਇਨਵੋਲਵ ਨੇ, ਟਾਇਰ ਹੁੰਦੇ ਨੇ ਜਿਹੜੇ ਟਰੱਕ ਵਾਲੇ, ਸੋ ਕਾਫੀ ਰਿਗਰਸ ਟ੍ਰੇਨਿੰਗ ਹੁੰਦੀ ਆ। ਤੇ ਉਹਦੇ ਲਈ ਫਿਰ ਦੋਸਤਾਂ ਨਾਲ ਮਿਲਣਾ ਜ਼ਰੂਰੀ ਹੈ ਜਿਹੜੇ ਮੇਰੇ ਕੈਮਰਾਮੈਨ ਨਾਲ ਕਰਨਗੇ। ਸੋ ਉਹ ਲੌਜਿਸਟਿਕਸ ਦੀ ਪ੍ਰੋਬਲਮ ਆ ਰਹੀ ਹੈ। ਸਰ ਜਾਣ ਤੋਂ ਪਹਿਲਾਂ ਉਹ ਕੀ ਕਹਿੰਦੇ ਆ, ਧੀਆਂ ਵਾਲਾ ਦੁਬਾਰਾ ਮੈਂ ਇੱਕ ਵਾਰੀ ਉਹ ਪੋਇਮ ਸੁਣਨਾ ਚਾਹਦੀ ਹਾਂ ਜਿਹੜੀ ਤੁਸੀਂ ਕੱਲ ਪੋਸਟ ਪਾ ਕੇ ਹਟੇ ਹੋ, ਮੈਨੂੰ ਬਹੁਤ ਅੱਛੀ ਲੱਗੀ। ਮੈਂ ਉਹ ਪੋਇਮ ਨਹੀਂ, ਉਹ ਜਸਟ ਮੈਂ ਆਈ ਡੋਨਟ ਨੋ ਥਾਟ ਹੈ। ਉਹ ਤਾਂ ਐਨੀਬਡੀ ਆਈ ਥਿੰਕ ਉਹ ਤੁਸੀਂ ਧੀਆਂ ਤੇ ਵੀ ਲਾ ਸਕਦੇ ਹੋ, ਤੇ ਉਹਦੀ ਮੈਂ ਨੈਕਸਟ ਥਾਟ ਵੀ ਸੋਚੀ ਸੀਗੀ, ਉਹ ਵੀ ਮੈਂ ਸ਼ੇਅਰ ਕਰ ਲੈਣਾ। ਚਲੋ ਸੋ ਇਹ ਸੀਗਾ ਬੇਸਿਕਲੀ ਵੀ ਪਿਓ ਜਿਹੜਾ ਹੈ ਉਹ ਇੱਕ ਧੀ ਦੇ ਰੋਏ ਤੇ ਸਿਰਫ ਉਸ ਟਾਈਮ ਖੁਸ਼ ਹੁੰਦਾ, ਤੇ ਬਹੁਤ ਖੁਸ਼ ਹੁੰਦਾ ਜਦੋਂ ਉਹ ਜੰਮਦੀ ਤੇ ਕਲਕਾਰੀ ਮਾਰਦੀ ਨਾ, ਬੱਚਾ ਰੋਂਦਾ, ਤੇ ਉਹ ਸਾਈਨ ਆਫ ਲਾਈਫ ਆ ਵੀ ਹਾਂ ਇਹ ਰੋਂਦੀ ਆ ਤਾਂ ਮਤਲਬ ਜਿਉਂਦੇ ਆ, ਬੱਚਾ ਹੈਲਦੀ ਹੋਇਆ, ਹੈਲਦੀ ਜੰਮਿਆ। ਤੇ ਜਦੋਂ ਧੀ ਰੋਂਦੀ ਆ ਤਾਂ ਉਦੋਂ ਬਾਪੂ ਕਹਿੰਦਾ ਵੀ ਹਾਂ ਮੇਰੇ ਧੀ ਆ ਗਈ। ਪਰ ਉਸ ਤੋਂ ਬਾਅਦ ਕਦੇ ਆਪ ਭਾਵੇਂ ਮੈਂ ਥੱਪੜ ਮਾਰ ਲਾਂ 1-2 ਵਾਰੀ ਤੇਗਦੇ, ਜੇ ਗਲਤੀ ਕਰਦੀ ਆ ਤੇ ਰੋ ਕੇ ਚੁੱਪ ਕਰਾਣਾ, ਪਰ ਲਾਈਕ ਕੋਈ ਹੋਰ ਰੀਜ਼ਨ ਹੋਵੇ ਤਾਂ ਬਾਪ ਕਦੇ ਨਹੀਂ ਸਹਿ ਸਕਦਾ ਵੀ ਮੇਰੀ ਧੀ ਦੀਆਂ ਅੱਖਾਂ 'ਚ ਹੰਝੂ ਹੋਣ। ਤੇ ਹੁਣ ਉਹਦਾ ਹੀ ਦੂਸਰਾ, ਮੈਂ ਐਕਚੁਅਲੀ ਕਿਸੇ ਦੀ ਮੂਵੀ ਦੇਖ ਰਿਹਾ ਸੀ ਟਿਕਟੌਕ ਤੇ ਵੈਡਿੰਗ ਦੀ, ਫਿਰ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ ਕਿਹਾ ਵੀ ਤੇ ਬਾਪ ਉਸ ਦਿਨ ਰੋਂਦਾ ਜਿਸ ਦਿਨ ਧੀ ਸਭ ਤੋਂ ਵੱਧ ਖੁਸ਼ ਹੁੰਦੀ ਆ ਵੀ ਉਹਨੂੰ ਆਪਣਾ ਜੀਵਨ ਸਾਥੀ ਨਵਾਂ ਲੱਭ ਜਾਂਦਾ, ਤੇ ਬਾਪ ਸਿਰਫ ਉਸ ਦਿਨ ਰੋਊਗਾ ਤੇ ਉਸ ਦਿਨ ਹੀ ਰੋਊਗਾ, ਤੇ ਧੀ ਵੀ ਉਸੇ ਦਿਨ ਆਪਣੇ ਬਾਪ ਦੀਆਂ ਅੱਖਾਂ 'ਚ ਹੰਝੂ ਬਰਦਾਸ਼ਤ ਕਰਦੀ ਆ ਜਿਸ ਦਿਨ ਉਹ ਵਿਦਾ ਹੁੰਦੀ ਆ। ਉਹ ਵੀ ਕਿਸੇ ਹੋਰ ਦਿਨ ਨਹੀਂ ਚਾਹੁੰਦੀ ਵੀ मैं इस टाइम मैं भी हो रही कि हाय सर की बोल रहे हैं मिसिंग माय फादर। नहीं बहुत ही है सर, ਮੈਨੂੰ ਬਹੁਤ ਅੱਛਾ ਲੱਗਾ, ਇਹ ਦੋਨੋਂ ਕਨਸੈਪਟ ਬਹੁਤ ਅੱਛਾ ਲੱਗਾ, ਔਰ ਮੈਂ ਚਾਹੁੰਦੀ ਹਾਂ ਤੁਸੀਂ ਇਹ ਪੋਸਟ ਛੇਤੀ ਪਾਓ। ਦੂਸਰਾ ਹੁਣ ਪਾਣਾ ਮੈਂ ਤੁਸੀਂ ਯਾਦ ਕਰਾਤਾ, ਕਈ ਵਾਰ ਨਾ ਪਤਾ ਕੀ ਹੁੰਦਾ, ਹੁਣ ਜਿਹਦੇ ਕੋਲ ਸਮਾਨ ਪਿਆ ਹੁੰਦਾ ਨਾ ਉਹ ਪਰਵਾਹ ਨਹੀਂ ਕਰਦਾ। ਸੋ ਮੇਰੇ ਕੋਲ ਹੁਣ ਉਹ ਥਾਟ ਸਵੇਰ ਦੀ ਆਈ ਸੀ, ਮੈਂ ਐਕਚੁਅਲੀ ਲਿਖਣੀ ਭੁੱਲ ਗਿਆ, ਹੁਣ ਤੁਸੀਂ ਮੈਨੂੰ ਯਾਦ ਕਰਾਤਾ, ਮੈਂ ਹੁਣੇ ਪਾ ਦਿੰਦਾ ਉਹ ਤਾਂ ਟਿਕਟੌਕ ਤੇ। ਤਾਂ ਐਕਚੁਅਲੀ ਮੈਂ ਸੋਚਿਆ ਹੀ ਸੀਗਾ ਮੈਂ ਪਾਉਣੀ। ਚਲੋ ਠੀਕ ਹੈ ਸਰ, ਨਾਈਸ ਟਾਕਿੰਗ ਟੂ ਯੂ, ਤੇ ਛੇਤੀ ਮਿਲਾਂਗੇ ਜਦੋਂ ਤੁਹਾਡਾ ਕੋਈ ਨਵਾਂ ਕਨਸੈਪਟ ਆਇਆ, ਅਸੀਂ ਡੈਫੀਨਿਟਲੀ ਦੁਬਾਰਾ ਲਾਈਵ ਹੋਵਾਂਗੇ ਤੇ ਲੋਕਾਂ ਤੱਕ ਪਹੁੰਚਾਵਾਂਗੇ। ਪੰਜਾਬ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ। ਓਕੇ, ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕਸ ਫॉर ਹੈਵਿੰਗ ਮੀ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।